ਜਸ ਪੰਜਾਬੀ ਦੇਖਦੇ ਹੋਏ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ। ਮੈਂ ਤੁਹਾਡੀ ਹੋਸਟ ਆਸ਼ਮਿਤਾ ਸਾਰਿਆਂ ਨੂੰ ਇਸ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਇਹ ਜੋ ਮਹੀਨਾ ਹੈਗਾ, ਇਹ ਜੋ ਦਿਹਾੜੇ ਚੱਲ ਰਹੇ ਹੈ ਸਿੱਖ ਕੌਮ ਲਈ, ਇਹ ਬਹੁਤ ਹੀ ਮੈਂ ਕਹਾਂਗੀ ਸ਼ਹੀਦੀ ਦੇ ਨਾਲ ਤੇ ਜੋ ਸਿੱਖ ਕੌਮ ਅੱਜ ਜਿਸ ਤਰ੍ਹਾਂ ਅੱਗੇ ਵੱਧ ਰਹੀ ਹੈ ਉਹਦੇ ਨਾਲ ਜੁੜੇ ਹੋਏ ਇਹ ਦਿਹਾੜੇ ਹਨ। ਜਦੋਂ ਅਸੀਂ ਸ਼ਹੀਦੀ ਦੀ ਗੱਲ ਕਰਦੇ ਹਾਂ ਕਿ ਕਿਸ ਤਰ੍ਹਾਂ ਗੁਰੂਆਂ ਨੇ ਆਪਣੇ ਆਪ ਨੂੰ, ਆਪਣੇ ਸੇਵਾਦਾਰਾਂ ਨੂੰ, ਆਪਣੇ ਪਰਿਵਾਰਾਂ ਨੂੰ ਵਾਰ ਦਿੱਤਾ ਤਾਂ ਕਿ ਸਿੱਖ ਕੌਮ ਅੱਗੇ ਵੱਧ ਸਕੇ, ਅੱਜ ਅਸੀਂ ਉਨ ਦਿਹਾੜਿਆਂ ਨੂੰ ਮਨਾ ਰਹੇ ਹਾਂ। ਸ਼ਹੀਦੀ ਦਾ ਜੋ ਇਹ ਲਫ਼ਜ਼ ਹੈਗਾ ਇਸ ਸਾਲ ਬਹੁਤ ਜ਼ਿਆਦਾ ਸਾਨੂੰ ਸੁਣਨ ਨੂੰ ਮਿਲਿਆ, ਭਾਵੇਂ ਉਹ ਕਿਸਾਨ ਮੋਰਚਾ ਹੋਏ, ਭਾਵੇਂ ਉਹ ਸਾਡੀ ਬੀਬੀਆਂ, ਸਾਡੇ ਬਜ਼ੁਰਗ ਜਿਨ੍ਹਾਂ ਨੇ ਗੁਰੂ ਦੀ ਫੌਜ ਦੀ ਤਰ੍ਹਾਂ ਖੜ ਕੇ ਆਪ ਦੀ ਹੱਕ ਦੀ ਲੜਾਈ ਲੜੀ, ਭਾਵੇਂ ਉਹ ਸ਼ਹੀਦ ਜ਼ਰੂਰ ਹੋਏ ਹਨ, ਬਟ ਸਾਨੂੰ ਪਤਾ ਹੈ ਕਿ ਸਿੱਖ ਕੌਮ ਜੋ ਬਹਾਦੁਰਾਂ ਦੀ ਕੌਮ ਹੈਗੀ, ਉਹ ਸ਼ਹੀਦੀ ਤੋਂ ਨਹੀਂ ਡਰਦੀ, ਉਹ ਸ਼ਹੀਦੀ ਤੋਂ ਪਿੱਛੇ ਨਹੀਂ ਮੁੜਦੀ। ਇਨ ਚੀਜ਼ਾਂ ਬਾਰੇ ਖਾਸ ਕਰਕੇ ਜੋ ਸਾਡੇ 4 ਸਾਹਿਬਜ਼ਾਦਿਆਂ ਦੀ ਸ਼ਹੀਦੀ ਅਸੀਂ ਯਾਦ ਕਰਦੇ ਹਾਂ ਇਨ ਦਿਨਾਂ ਦੇ ਵਿੱਚ, ਇਹਦੇ ਉੱਤੇ ਮੈਂ ਅੱਜ ਤੁਹਾਡੇ ਨਾਲ ਇੱਕ ਬਹੁਤ ਹੀ ਖਾਸ ਪ੍ਰੋਗਰਾਮ ਸ਼ੇਅਰ ਕਰਨਾ ਚਾਹੁੰਦੀ ਸੀ। ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਇੱਕ ਇਤਿਹਾਸਿਕ ਤੌਰ 'ਤੇ ਇੱਕ ਮੈਂ ਕਹਾਂਗੀ ਮਾਡਰਨ ਡੇ ਕਿਸ ਤਰ੍ਹਾਂ ਅਸੀਂ ਸਾਡੇ ਇਤਿਹਾਸ ਨੂੰ ਅੱਜ ਦੇ ਦਿਨ ਅਪਣਾ ਸਕਦੇ ਹਾਂ, ਉਹ ਤੋਂ ਸਿੱਖ ਸਕਦੇ ਹਾਂ, ਉਹ ਤੋਂ ਇੰਸਪਾਇਰ ਹੋ ਸਕਦੇ ਹਾਂ। ਇਨ ਚੀਜ਼ਾਂ ਬਾਰੇ ਗੱਲ ਕਰਨ ਲਈ ਸਾਨੂੰ ਜੁਆਇਨ ਕਰ ਰਿਹਾ ਹੈ ਸਾਡੇ ਗਦਰੀ ਬਾਬਿਆਂ ਦਾ ਜੋ ਸਥਾਨ ਸੀਗਾ, ਦ ਹਿਸਟੋਰਿਕ ਸਟਾਕਟਨ ਗੁਰਦੁਆਰਾ ਸਾਹਿਬ ਕੈਲੀਫੋਰਨੀਆ ਵਿਖੇ ਹੈੱਡ ਗ੍ਰੰਥੀ ਜੀ ਗੁਰਸੇਵਕ ਸਿੰਘ। ਸਭ ਤੋਂ ਪਹਿਲੇ ਗੁਰਸੇਵਕ ਸਿੰਘ ਜੀ, ਤੁਹਾਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਸੇਵਕ ਸਿੰਘ ਜੀ, ਤੁਸੀਂ ਸਾਡੇ ਇਤਿਹਾਸਿਕ ਗੁਰਦੁਆਰੇ ਜੋ ਇਸ ਮੁਲਕ ਦੇ ਵਿੱਚ ਬਣੇ ਹੋਏ ਹੈ, ਉਸ ਗੁਰਦੁਆਰੇ ਦੇ ਵਿੱਚ ਤੁਸੀਂ ਹੈੱਡ ਗ੍ਰੰਥੀ ਦੇ ਤੌਰ 'ਤੇ ਸੇਵਾ ਨਿਭਾ ਰਹੇ ਹੋ। ਤੁਸੀਂ ਸਾਡੇ ਨਾਲ ਅੱਜ ਇਸ ਪ੍ਰੋਗਰਾਮ ਲਈ ਥੋੜ੍ਹਾ ਜਿਹਾ ਟਾਈਮ ਕੱਢਿਆ, ਸਾਡੇ ਵਿਊਅਰਸ ਨੂੰ ਇਸ ਬਹੁਤ ਹੀ ਅਹਿਮ ਮੁੱਦੇ 'ਤੇ ਥੋੜ੍ਹਾ ਜਿਹਾ ਮੈਂ ਕਹਾਂਗੀ ਥੋੜ੍ਹੀ ਜਿਹੀ ਇਹੋ ਜਿਹੀ ਇੱਕ ਗਾਈਡੈਂਸ ਦੇਣ ਲਈ ਤੁਸੀਂ ਜੁੜੇ ਹੋ ਜੋ ਸ਼ਾਇਦ ਸਾਨੂੰ ਕਦੀ ਕਵਾਰ ਭੁੱਲ ਜਾਂਦੀ ਹੈ ਇਨ ਦਿਨਾਂ ਦੇ ਵਿੱਚ, ਜਦੋਂ ਅਸੀਂ ਯਾਦ ਜ਼ਰੂਰ ਕਰਦੇ ਹਾਂ 4 ਸਾਹਿਬਜ਼ਾਦਿਆਂ ਨੂੰ, ਬਟ ਕਿਤੇ ਨਾ ਕਿਤੇ ਇਹ ਸ਼ਾਇਦ ਰਹਿ ਜਾਂਦੀ ਹੈ ਕਿ 4 ਸਾਹਿਬਜ਼ਾਦਿਆਂ ਦੀ ਜੋ ਕੁਰਬਾਨੀ ਸੀਗੀ, ਕਿਸ ਤਰ੍ਹਾਂ ਉਸ ਕੁਰਬਾਨੀ ਕਰਕੇ ਅਸੀਂ ਅੱਜ ਇਨ ਮੁਲਕਾਂ ਦੇ ਵਿੱਚ ਸਿੱਖ ਕੌਮ ਦਾ ਨਾਂ ਰੌਸ਼ਨ ਕਰ ਰਹੇ ਹਾਂ, ਦਸਤਾਰ ਦੇ ਨਾਲ ਆਪਣੇ ਕੰਮ ਅਤੇ ਕਾਰੋਬਾਰ ਇੱਥੇ ਬਣਾ ਰਹੇ ਹਾਂ। ਸੋ ਗੁਰਸੇਵਕ ਸਿੰਘ ਜੀ, ਸਭ ਤੋਂ ਪਹਿਲੇ ਤਾਂ ਜੋ ਇਹ ਸ਼ਹੀਦੀ ਦਿਹਾੜੇ ਹਨ, ਖਾਸ ਕਰਕੇ 4 ਸਾਹਿਬਜ਼ਾਦਿਆਂ ਦੀ ਜਦੋਂ ਸ਼ਹੀਦੀ ਦੀ ਗੱਲ ਆਉਂਦੀ ਹੈ, ਸਿੱਖ ਕੌਮ ਲਈ, ਸਿੱਖ ਪੰਥ ਲਈ ਕੀ ਅਹਿਮੀਅਤ ਰੱਖਦੇ ਹੈ ਇਹ ਖਾਸ ਕਰਕੇ ਇਹ ਦਿਨ, ਇਹ ਮਹੀਨਾ? ਗੁਰਸੇਵਕ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਸ ਪੰਜਾਬੀ ਟੀਵੀ ਦਾ ਤੇ ਸਾਰੇ ਸਰੋਤਿਆਂ ਦਾ, ਦਰਸ਼ਕਾਂ ਦਾ, ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ। ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ। ਸੋ ਭੈਣ ਜੀ ਨੇ ਜੋ ਸਵਾਲ ਪੁੱਛਿਆ ਉਹ ਬੜਾ ਹੀ ਮਹੱਤਵਪੂਰਨ ਹੈ ਕਿ ਵੀ ਇਹ ਦਿਹਾੜੇ ਸਾਡੇ ਲਈ ਕੀ ਅਹਿਮੀਅਤ ਰੱਖਦੇ ਨੇ, ਕਿਉਂਕਿ ਸਿੱਖ ਕੌਮ ਹੈ ਜਿਹੜੀ, ਇਹ ਸ਼ਹੀਦਾਂ ਮੁਰੀਦਾਂ ਦੀ ਹੱਠੀਆਂ ਜੱਪੀਆਂ ਤਪੀਆਂ ਦੀ ਕੌਮ ਹੈ। ਸੱਚ ਆਖਣਾ ਤੇ ਸੱਚ ਬੋਲਣ ਦੀ ਕੀਮਤ ਤਾਰਨ ਦੇ ਵਾਸਤੇ ਹਰ ਸਮੇਂ ਤਿਆਰ ਬਰ ਤਿਆਰ ਰਹਿਣਾ, ਇਹ ਸਿੱਖ ਕੌਮ ਨੇ ਧੰਨ ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਸਿੱਖ ਧਰਮ ਦੇ ਬਾਨੀ ਨੇ, ਉਹਨਾਂ ਤੋਂ ਸਿੱਖਿਆ ਹੈ। ਕਿਉਂਕਿ ਉਹਨਾਂ ਨੇ ਪਹਿਲੇ ਜਾਮੇ ਵਿੱਚ ਆਖਿਆ, ਜੋ ਤੋ ਪ੍ਰੇਮ ਖਿਲਣ ਕਾ ਜਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ, ਕਾਣ ਨਾ ਕੀਜੈ। ਜੇ ਤੈਨੂੰ ਆਪਣੇ ਗੁਰੂ ਦੇ ਪ੍ਰੇਮ ਰੂਪ ਮਾਰਗ ਤੇ ਤੂੰ ਤੁਰਨਾ ਚਾਹੁੰਦਾ ਹੈ, ਫਿਰ ਲੋਕ ਲਾ ਛੱਡ ਕੇ ਤੇ ਹਉਮੈ ਹੰਕਾਰ ਸਾਰਾ ਤੂੰ ਤਿਆਗ ਦੇ।
ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੀ ਬੜੇ ਮਹੱਤਵਪੂਰਨ ਬਚਨ ਕਹੇ ਨੇ। ਗੁਰਦੇਵ ਕਹਿੰਦੇ, ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆਸ, ਉਹ ਸਭਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ। ਆਪਾਂ ਵੇਖਦੇ ਹਾਂ ਦੁਨੀਆ ਦੇ ਵਿੱਚ ਜ਼ਿੰਦਗੀ ਪਹਿਲਾਂ ਤੇ ਮੌਤ ਬਾਅਦ ਵਿੱਚ ਹੈ। ਪਰ ਜੇ ਅਸੀਂ ਸਿੱਖ ਧਰਮ ਨੂੰ ਵੇਖੀਏ, ਸਾਡੇ ਗੁਰੂਆਂ ਦੀ ਬਾਣੀ ਨੂੰ ਵੇਖੀਏ, ਗਹਿਰਾਈ ਨਾਲ ਵਾਚੀਏ, ਤਾਂ ਇੱਥੇ ਜ਼ਿੰਦਗੀ ਬਾਅਦ ਵਿੱਚ ਹੈ, ਇੱਥੇ ਮੌਤ ਪਹਿਲਾਂ ਹੈ। ਮੇਰੇ ਸਤਿਗੁਰੂ ਜੀ ਕਹਿੰਦੇ, ਜੋ ਤੋ ਪ੍ਰੇਮ ਖਿਲਨ ਕਾ ਚਾਓ, ਤੇ ਦੂਜੇ ਬੰਨੇ ਸਤਿਗੁਰੂ ਕਹਿੰਦੇ ਪਹਿਲਾ ਮਰਨ ਕਬੂਲ, ਪਹਿਲਾਂ ਤੂੰ ਮਰਨਾ ਕਬੂਲ ਕਰ। ਮਰਨਾ ਕਬੂਲ ਤੋਂ ਭਾਵ ਕੀ ਹੈ? ਸਰੀਰਕ ਮੌਤ ਨਹੀਂ, ਇੱਥੇ ਗੱਲ ਹੈ ਹਉਮੈ ਦੀ, ਹੰਕਾਰ ਦੀ। ਤੂੰ ਆਪਣਾ ਆਪ ਗੁਰੂ ਨੂੰ ਅੰਦਰੂਨੀ ਤੌਰ ਤੇ ਸਮਰਪਿਤ ਹੋ ਜਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਇਹ ਸਭ ਤੋਂ ਔਖਾ ਮਰਨਾ, ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆਸ। ਕਿਉਂਕਿ ਜਦੋਂ ਤੂੰ ਗੁਰੂ ਨੂੰ ਸਮਰਪਿਤ ਹੋ ਜਾਏਗਾ ਨਾ, ਉਸ ਤੋਂ ਬਾਅਦ ਜਿਹੜੀ ਸ਼ਹਾਦਤ, ਜਿਹੜੀ ਸ਼ਹੀਦੀ ਹੋਵੇਗੀ, ਲੋਕ ਤੁਹਾਡੇ ਜਿਉਂਦੇ ਜੀ ਤੁਹਾਡੀ ਮਹਿਮਾ ਕਰਦੇ ਆ, ਤੇ ਤੁਹਾਡੇ ਜਾਣ ਤੋਂ ਬਾਅਦ ਤੁਹਾਡੀ ਲੋਕ ਮਿੱਟੀ ਉਛਾਲਦੇ ਆ। ਪਰ ਇੱਥੇ ਜਿਉਂਦੇ ਜੀ ਵੀ ਤੁਹਾਡੀ ਮਹਿਮਾ ਹੋਵੇਗੀ, ਤੇ ਤੁਹਾਡੇ ਜਾਣ ਤੋਂ ਬਾਅਦ ਵੀ ਤੁਹਾਡੀ ਉਪਮਾ ਹੋਵੇਗੀ। ਅੱਲਾ ਯਾਰ ਖਾਂ ਜੋਗੀ ਨੇ ਵੀ ਬੜੇ ਮਹੱਤਵਪੂਰਨ ਬਚਨ ਕਹੇ ਨੇ, ਹੋਰ ਵੀ ਵਿਦਵਾਨਾਂ ਦੇ ਬਚਨ ਨੇ। ਉਹ ਕਹਿੰਦੇ, ਇਹ ਜਾਨ ਤੋਂ ਆਨੀ ਜਾਨੀ ਹੈ, ਇਸ ਜਾਨ ਕੀ तो बात नहीं, जिस धज से कोई मकतल में गया वो शान सलामत रहती है। ਇਹ ਮੌਤ ਤਾਂ ਆਉਣੀ ਆਉਣੀ ਹੈ। ਆਪਾਂ ਇੱਕ ਦਿਨ ਕਹਿੰਦੇ ਆ ਵੀ ਇੱਕ ਦਿਨ ਮੌਤ ਆਊਗੀ, ਨਹੀਂ। ਜਿਹੜਾ ਵੀ ਦਿਨ ਸਾਡਾ ਰੋਜ਼-ਰੋਜ਼ ਬਤੀਤ ਹੋ ਰਿਹਾ ਨਾ, ਅਸੀਂ ਮੌਤ ਦੇ ਵੱਲ ਹੀ ਵੱਧ ਰਹੇ ਹਾਂ। ਜੇ ਦੇਖਿਆ ਜਾਏ, ਜਿਹੜੇ ਮੁਹੰਮਦ ਸਾਹਿਬ ਹੋਏ ਨੇ, ਉਹਨਾਂ ਦੇ ਦੋ ਦੋਤਰੇ, ਕਰਬਲਾ ਦੇ ਮੈਦਾਨ ਦੇ ਵਿੱਚ ਹਸਨ ਤੇ ਹੁਸੈਨ, ਉਹਨਾਂ ਦੀ ਸ਼ਹਾਦਤ ਹੋਈ। ਤੇ ਇਸਲਾਮ ਧਰਮ ਦੇ ਵਿੱਚ ਉਹਨਾਂ ਦੀ ਬੜੀ ਮਹੱਤਤਾ, ਲੋਕ ਉਹਨਾਂ ਨੂੰ ਯਾਦ ਕਰਦੇ ਨੇ। ਪਰ ਜੇ ਸਿੱਖ ਧਰਮ ਦੇ ਵਿੱਚ ਆਪਾਂ ਦੇਖੀਏ, ਸਾਡੇ ਧਰਮ ਦੇ ਵਿੱਚ ਬੱਚੇ ਗੁਰੂ ਵੀ ਹੋਏ, 8ਵੇਂ ਗੁਰਦੇਵ ਗੁਰੂ ਵੀ ਹੋਏ। ਸਾਡੇ ਧਰਮ ਦੇ ਵਿੱਚ ਬੱਚੇ ਭਗਤ ਵੀ ਹੋਏ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਸਾਡੀ ਕੌਮ ਦੇ ਵਿੱਚ ਜਿੱਥੇ ਬੱਚੇ ਸ਼ਹੀਦ ਹੋਏ, ਬੱਚੇ ਭਗਤ ਹੋਏ, ਬੱਚੇ ਸੰਤ ਹੋਏ, ਸੰਤ ਪ੍ਰਹਿਲਾਦ ਕੀ ਪੈਜ ਜਨ ਰਾਖੀ, ਰੋਜ਼ ਬਾਣੀ ਵਿੱਚ ਆਪਾਂ ਪੜ੍ਹਦੇ ਹਾਂ। ਤੇ ਜਦੋਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ 1704 ਈਸਵੀ ਵਿੱਚ, ਸ਼ਾਮ ਦਾ ਵਕਤ ਸੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸ਼੍ਰੀ ਅਨੰਦਪੁਰ ਸਾਹਿਬ ਦਾ ਜਿਹੜਾ ਕਿਲ੍ਹਾ ਹੈ, ਉਹ ਗੁਰੂ ਪਾਤਸ਼ਾਹ ਨੇ ਛੱਡਿਆ। ਸਾਰੀ ਕੌਮ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੀ ਹੈ। ਜਦੋਂ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ, ਕਿਉਂਕਿ ਬਾਕੀ ਜਿੰਨੇ ਵੀ ਕਿਲ੍ਹੇ ਸਨ ਨਾ, 6 ਕਿਲ੍ਹੇ ਸਨ, ਤੇ ਸਾਰੇ ਕਿਲ੍ਹਿਆਂ ਦੇ ਉੱਪਰ ਜਿਹੜੇ ਮੌਕੇ ਦੀ ਹਕੂਮਤ ਸੀ, 22 ਧਾਰ ਦੇ ਰਾਜੇ ਸਨ, ਜਿਹੜੇ ਮੁਗਲ ਸਨ, ਉਹਨਾਂ ਨੇ ਲਗਭਗ ਆਪਣੇ ਵੱਲੋਂ ਪੂਰੀ ਲੱਗਦੀ ਵਾਹ ਲਾਈ। ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ 6 ਕਿਲ੍ਹਿਆਂ ਦੇ ਵਿੱਚੋਂ ਇੱਕ ਕਿਲ੍ਹਾ ਸੀ ਆਨੰਦਗੜ੍ਹ ਦਾ। ਆਨੰਦਗੜ੍ਹ ਦਾ ਕਿਲ੍ਹਾ ਹੀ ਕਿਉਂ ਚੁਣਿਆ? ਦਰਅਸਲ ਧਰਤੀ ਦਾ ਨਾਮ ਵੀ ਆਨੰਦਪੁਰ ਸਾਹਿਬ ਹੈ, ਤੇ ਜਿਸ ਕਿਲ੍ਹੇ ਵਿੱਚ ਮੇਰੇ ਸਤਿਗੁਰੂ ਜੀ ਹਨ, ਉਹਦਾ ਨਾਮ ਵੀ ਆਨੰਦਗੜ੍ਹ ਹੈ। ਇਹ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਬੰਦਿਆ, ਜੇ ਤੂੰ ਆਨੰਦ ਦੇ ਨਾਲ ਜੁੜ ਜਾਏਗਾ ਨਾ, ਤਾਂ ਬਾਹਰਲੀ ਤੌਰ ਤੇ ਦੁਸ਼ਮਣ ਜਿੰਨਾ ਮਰਜ਼ੀ ਹਮਲਾ ਕਰ ਲੇ, ਤੇਰੇ ਆਨੰਦ ਨੂੰ ਕੋਈ ਖੋਹ ਨਹੀਂ ਸਕਦਾ। ਤੋਂ ਸ਼ਾਮ ਦਾ ਵਕਤ ਹੋਇਆ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਨੰਦਪੁਰ ਦਾ ਕਿਲ੍ਹਾ ਛੱਡਣ ਤੋਂ ਪਹਿਲਾਂ ਬੜੀਆਂ ਘਟਨਾਵਾਂ ਨੇ, ਆਪਾਂ ਸੰਖੇਪ ਰੂਪ ਵਿੱਚ ਬੇਨਤੀ ਕਰ ਰਹੇ ਹਾਂ ਕਿ ਕਿਵੇਂ ਗੁਰਸਿੱਖਾਂ ਨੇ, ਸਿੰਘਾਂ ਨੇ ਵੀ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਹ ਕਿਲ੍ਹਾ ਛੱਡ ਦੇਈਏ। 22 ਧਾਰ ਦੇ ਰਾਜਿਆਂ ਨੇ ਵੀ ਸੌਹਾਂ ਖਾਧੀਆਂ, ਤੇ ਮੁਗਲਾਂ ਨੇ ਵੀ ਸੌਹਾਂ ਖਾਧੀਆਂ। ਕਿਸੇ ਨੇ ਆਟੇ ਦੀ ਗਊ ਬਣਾਈ, ਕਿਸੇ ਨੇ ਕੁਰਾਨ ਸ਼ਰੀਫ ਦੀ ਕਸਮ ਖਾਧੀ। ਪਰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵਕਤ ਗੁਰਸਿੱਖਾਂ ਨੂੰ ਸਮਝਾਉਣ ਲਈ, ਹੌਸਲਾ ਦੇਣ ਲਈ, ਇੱਕ ਗੁਰੂ ਪਾਤਸ਼ਾਹ ਨੇ ਖੱਚਰਾਂ ਦੇ ਉੱਪਰ ਕੁਝ ਸਾਜੋ ਸਮਾਨ ਜਿਹੜਾ ਕਿਸੇ ਕੰਮ ਨਹੀਂ ਸੀ, ਉਹ ਲੱਦ ਕੇ ਬਾਹਰ ਘੱਲ ਦਿੱਤਾ। ਤੇ ਜਿਉਂ ਹੀ ਉਹ ਸਿੰਘ ਬਾਹਰ ਗਏ ਨੇ, ਤੇ ਮੁਗਲਾਂ ਨੇ ਆ ਕੇ ਹਮਲਾ ਕਰ ਦਿੱਤਾ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਸਿੰਘੋ ਵੇਖ ਲਓ ਇਹਨਾਂ ਲੋਕਾਂ ਦੇ ਮਨ ਕਿੱਥੇ ਖਲੋਤੇ ਹੋਏ ਨੇ। ਜੇ ਤੁਸੀਂ ਬਚਨ ਨਾ ਮੰਨਿਆ ਤੇ ਇਹਨਾਂ ਨੇ ਤੁਹਾਡੇ ਉੱਪਰ ਬਿਲਕੁਲ ਏਦਾਂ ਹੀ ਹਮਲਾ ਕਰ ਦੇਣਾ ਹੈ। ਗੁਰੂ ਪਾਤਸ਼ਾਹ ਜੀ, ਸ਼ਾਮ ਦੀ ਵਕਤ ਹੋਈ, 6 ਪੋਹ ਦੀ ਰਾਤ ਸੀ, ਤੇ 7 ਪੋਹ ਦੀ ਰਾਤ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ, ਕਿਉਂਕਿ ਸਰਸਾ ਦੇ ਕਿਨਾਰੇ ਯੁੱਧ ਹੁੰਦਾ ਹੈ, ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਨਾਲ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਜਿਹੜੇ ਨਾਲ ਦੇ ਸਾਥੀ ਸਿੰਘ ਹਨ, ਉਹ, ਤੇ ਇੱਧਰ ਸਰਸਾ ਦੇ ਕਿਨਾਰੇ ਅੰਮ੍ਰਿਤ ਵੇਲਾ ਹੋਇਆ। ਇਤਿਹਾਸ ਕਹਿੰਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਸਿੰਘੋ ਸਾਨੂੰ ਭੁੱਖ ਲੱਗੀ ਹੈ। ਬੜੀ ਮਹੱਤਵਪੂਰਨ ਗੱਲ ਹੈ, ਭੁੱਖ ਕਿਸ ਗੱਲ ਦੀ ਭੁੱਖ? ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਅੰਮ੍ਰਿਤ ਵੇਲਾ ਹੋ ਗਿਆ, ਸਾਨੂੰ ਅਧਿਆਤਮਕ ਭੁੱਖ ਲੱਗੀ ਹੈ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ,
ਕਹਿੰਦੇ ਉਸ ਸਮੇਂ ਗੁਰੂ ਸਾਹਿਬ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਸ਼ੁਰੂ ਕੀਤਾ। ਉਹਦਾ ਭਾਵ ਇਹ ਸੀ, ਸਾਨੂੰ ਸਤਿਗੁਰੂ ਜੀ ਸਰਸਾ ਦੇ ਕਿਨਾਰੇ ਚੱਲ ਰਹੀਆਂ ਤੇਗਾਂ, ਚੱਲ ਰਹੀਆਂ ਗੋਲੀਆਂ, ਹੋ ਰਹੀ ਬਾਰਿਸ਼, ਇਸ ਲਈ ਸਮਝਾ ਰਹੇ ਸਨ, ਭਾਵੇਂ ਕੁਛ ਵੀ ਹੋ ਜੇ ਤੁਸੀਂ ਅੰਮ੍ਰਿਤ ਵੇਲਾ ਨਹੀਂ ਖਜਾਉਣਾ, ਤੁਸੀਂ ਆਪਣੇ ਗੁਰੂ ਦੀ ਯਾਦ ਤੋਂ ਦੂਰ ਨਹੀਂ ਹੋਣਾ। ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਫਿਰ ਘਮਾਸਾਨ ਦਾ ਜੰਗ ਹੁੰਦਾ ਹੈ। ਪਰ ਆਪਾਂ ਕਈ ਦਫਾ ਕਹਿੰਦੇ ਵੀ ਗੁਰੂ ਸਾਹਿਬ ਜੀ ਦਾ ਪਰਿਵਾਰ ਵਿਛੜ ਗਿਆ। ਇਤਿਹਾਸਕ ਤੌਰ ਤੇ ਤਾਂ ਠੀਕ ਹੈ, ਜਦੋਂ ਆਪਾਂ ਸੁਣਾਉਣੇ ਆ ਤੇ ਏਦਾਂ ਹੀ ਕਵਾਂਗੇ। ਗੁਰਦੁਆਰਾ ਪਰਿਵਾਰ ਵਿਛੋੜਾ ਵੀ ਬਣਿਆ। ਦਰਅਸਲ ਪਰਿਵਾਰ ਵਿਛੜਿਆ ਨਹੀਂ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਮਾਤਾ ਗੁਜਰ ਕੌਰ ਜੀ ਨੂੰ ਆਖਿਆ ਕਿ ਮਾਤਾ ਜੀ, ਆ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੂੰ ਤੁਸੀਂ ਆਪਣੇ ਨਾਲ ਲੈ ਜਾਓ। ਸਰਹੰਦ ਦੀਆਂ ਦੀਵਾਰਾਂ ਦੇ ਵੱਲ ਠੰਡੇ ਬੁਰਜ ਤੋਂ ਥਾਪੜਾ ਦੇ ਕੇ ਜਿਹੜਾ ਤੋਰਨਾ, ਇਹ ਤੁਹਾਡੀ ਸੇਵਾ ਹੈ, ਇਹ ਤੁਸੀਂ ਤੋਰਨਾ। ਤੇ ਇਹਨਾਂ ਦੋਵਾਂ ਨੂੰ, ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਨੂੰ, ਮੈਂ ਲੈ ਚੱਲਿਆ ਤੇ ਚਮਕੌਰ ਦੀ ਗੜੀ ਦੇ ਵਿੱਚੋਂ ਇਹਨਾਂ ਦੋਵਾਂ ਨੂੰ ਮੈਂ ਤੋਰਨਾ। ਅਕਾਲ ਪੁਰਖ ਨੇ ਇਹ ਸਾਡੀ ਡਿਊਟੀ ਲਾਈ ਹੈ। ਜਦੋਂ ਆਪਾਂ ਕਹਿੰਦੇ ਆ ਵੀ ਪਰਿਵਾਰ ਵਿਛੜ ਗਿਆ, ਬੋਲਣ ਦੇ ਤਰੀਕੇ ਨਾਲ ਤਾਂ ਠੀਕ ਹੈ, ਪਰ ਸਤਿਗੁਰੂ ਜੀ ਤਾਂ ਬਾਣੀ ਵਿੱਚ ਕਹਿੰਦੇ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਉਹ ਤਾਂ ਪਹਿਲਾਂ ਮੇਰੇ ਸਤਿਗੁਰੂ ਜੀ ਕਹਿ ਕੇ ਆ ਗਏ। ਜਿਸ ਤਰ੍ਹਾਂ ਭੈਣ ਜੀ ਤੁਸੀਂ ਸਵਾਲ ਪੁੱਛੇ ਵੀ ਸਿੱਖ ਕੌਮ ਦੇ ਵਿੱਚ ਜਿਹੜੀ ਸ਼ਹਾਦਤ ਹੈ ਉਹ ਕੀ ਅਹਿਮੀਅਤ ਰੱਖਦੀ ਹੈ। ਸ਼ਹਾਦਤ ਦੇ ਅਰਥ ਹੁੰਦੇ ਨੇ ਕਿਸੇ ਉੱਚੇ ਸੁੱਚੇ ਆਦਰਸ਼ ਦੇ ਵਾਸਤੇ ਆਪਣਾ ਆਪ ਗਵਾ ਦੇਣਾ ਤੇ ਬਹੁਤ ਕੁਝ ਬਚਾ ਲੈਣਾ। ਸ਼ਹਾਦਤ ਦੇ ਅਰਥ ਨੇ ਗਵਾਹੀ, ਭਾਵ ਆਪਣੇ ਆਪ ਨੂੰ ਮਿਟਾ ਦਿਓ ਤੇ ਸੱਚ ਨੂੰ ਬਚਾ ਲਓ ਜੀ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਖਸ਼ਿਸ਼ਾਂ ਦੇ ਮਾਲਕ, ਇਤਿਹਾਸਕ ਪੱਖ ਹੋਰ, ਜਦੋਂ ਸਤਿਗੁਰੂ ਜੀ ਇੱਥੋਂ ਸਰਸਾ ਦਾ ਕਿਨਾਰਾ ਪਾਰ ਕਰ ਗਏ ਤਾਂ ਪਾਤਸ਼ਾਹ ਜੀ ਅੱਗੇ ਗਏ ਤੇ ਅੱਗੇ ਆਉਂਦਾ ਹੈ ਮਲਕਪੁਰ ਰੰਗੜਾ। ਉੱਥੇ ਜਿਹੜੇ ਮਲਕਪੁਰ ਰੰਗੜ ਦੇ ਜਿਹੜੇ ਪਠਾਨ ਸਨ, ਉਹਨਾਂ ਨੇ ਵੀ ਹਮਲਾ ਕੀਤਾ ਤੇ ਭਾਈ ਉਦੈ ਸਿੰਘ ਜੀ, ਭਾਈ ਬਚਿੱਤਰ ਸਿੰਘ ਜੀ, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਜਿਹੜੇ ਪੁੱਤਰ ਨੇ, ਇਹਨਾਂ ਨੇ ਉੱਥੇ ਯੁੱਧ ਕੀਤਾ। ਔਰ ਬਾਬਾ ਅਜੀਤ ਸਿੰਘ ਜੀ ਵੀ, ਘਮਾਸਾਨ ਦਾ ਯੁੱਧ ਹੁੰਦਾ ਰਿਹਾ। ਅਖੀਰ ਭਾਈ ਸਾਹਿਬ ਭਾਈ ਉਦੈ ਸਿੰਘ ਜੀ ਸ਼ਹਾਦਤ ਪ੍ਰਾਪਤ ਕਰ ਗਏ ਤੇ ਇਧਰੋਂ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ ਜਿਹੜੇ ਮਲਕਪੁਰ ਦੇ ਰੰਗੜ ਨੇ, ਉਹਨਾਂ ਦੇ ਨਾਲ ਜੂਝਦੇ ਬਹੁਤ ਜ਼ਿਆਦਾ ਜ਼ਖਮੀ ਹੋ ਗਏ। ਤੇ ਭਾਈ ਸਾਹਿਬ ਭਾਈ ਜੈਤਾ ਜੀ, ਜਿਨ੍ਹਾਂ ਨੂੰ ਕਲਗੀਧਰ ਪਾਤਸ਼ਾਹ ਨੇ ਆਖਿਆ ਸੀ, ਰੰਗਰੇਟੇ ਗੁਰੂ ਕੇ ਬੇਟੇ ਰਹੋ ਪੰਥ ਸੰਗ ਸਮੇਟੇ। ਤੇ ਭਾਈ ਸਾਹਿਬ ਭਾਈ ਜੈਤਾ ਜੀ ਜਿਹੜੇ ਬਾਅਦ ਵਿੱਚ ਅੰਮ੍ਰਿਤ ਛਕ ਕੇ ਬਾਬਾ ਜੀਵਨ ਸਿੰਘ ਜੀ ਬਣੇ, ਜਿਹੜੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਦਿੱਲੀ ਚਾਂਦਨੀ ਦੇ ਚੌਂਕ ਦੇ ਵਿੱਚੋਂ ਸੀਸ ਲੈ ਕੇ ਆਏ ਸਨ। ਗੁਰੂ ਨੇ ਉਹਨੂੰ ਵੀ ਬੜਾ ਪਿਆਰ ਬਖਸ਼ਿਆ। ਉਹ ਯੋਧਾ ਵੀ ਸਰਸਾ ਦੇ ਕਿਨਾਰੇ ਸ਼ਹੀਦੀ ਪਾ ਗਿਆ। ਪਰ ਜਿਹੜੇ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਸਨ, ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਸਾਹਿਬ ਭਾਈ ਅਜੀਤ ਸਿੰਘ ਆਪਣੇ ਬੱਚੇ ਨੂੰ ਆਖਿਆ ਕਿ ਜਾਓ, ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ ਦੇ ਸਰੀਰ ਤੇ ਬਹੁਤ ਜ਼ਖਮ ਨੇ, ਉਹ ਘਾਇਲ ਹੋ ਚੁੱਕੇ ਨੇ, ਤੇ ਉਹਨਾਂ ਨੂੰ ਵੇਖੋ ਬਾਬਾ ਅਜੀਤ ਸਿੰਘ ਜੀ ਆਪ ਚੁੱਕ ਕੇ ਲਿਆਏ। ਹੈ ਕੋਈ ਦੁਨੀਆ ਦੇ ਵਿੱਚ ਇਹੋ ਜਿਹੀ ਸ਼ਖਸੀਅਤ ਕਿ ਆਪਣੇ ਪੁੱਤਰ ਨੂੰ ਭੇਜੇ ਕਿ ਗੁਰਸਿੱਖ ਨੂੰ ਤੁਸੀਂ ਰਣ ਤੱਤੇ ਦੇ ਵਿੱਚ ਚੁੱਕ ਕੇ ਲਿਆਓ। ਸਤਿਗੁਰੂ ਸੱਚੇ ਪਾਤਸ਼ਾਹ ਦਾ ਹੁਕਮ ਮੰਨਿਆ ਤੇ ਅੱਗੇ ਫਿਰ ਆ ਜਾਂਦਾ ਕੋਟਲਾ ਨਿਹੰਗ ਖਾਂ, ਕੋਟਲਾ ਪਿੰਡ ਨਿਹੰਗ ਖਾਂ, ਜਿੱਥੇ ਅੱਜ ਉਹਨਾਂ ਦੇ ਨਾਮ ਤੇ ਬਹੁਤ ਵੱਡਾ ਟਰਸਟ ਬਣਿਆ ਤੇ ਸੰਗਤ ਸੇਵਾ ਵੀ ਕਰ ਰਹੀ ਹੈ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਉੱਥੇ ਗਏ, ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ ਨੂੰ ਉਹਨਾਂ ਦੇ ਘਰ ਲੈ ਕੇ ਗਏ ਨੇ। ਇੱਕ ਹੋਰ ਬੇਨਤੀ ਕਰਦੇ ਆ, ਇੱਥੇ ਇਤਿਹਾਸਕਾਰ ਕਹਿੰਦੇ ਨੇ ਕਿ ਕੋਟਲਾ ਨਿਹੰਗ ਖਾਂ ਦੇ ਕੋਲ ਗੁਰੂ ਗੋਬਿੰਦ ਸਿੰਘ ਮਹਾਰਾਜ ਪਹਿਲਾਂ ਵੀ 3-4 ਦਫਾ ਆ ਚੁੱਕੇ ਸਨ। ਇੱਕ ਤਾਂ ਸਤਿਗੁਰੂ ਜਦੋਂ ਪੌਂਟਾ ਭੰਗਾਣੀ ਦਾ ਯੁੱਧ ਸਮਾਪਤ ਹੋਇਆ ਨਾ, ਤਾਂ ਸਤਿਗੁਰੂ ਜੀ ਇੱਥੇ ਪਹਿਲਾਂ ਆ ਚੁੱਕੇ ਸਨ। ਜਦੋਂ ਇੱਥੇ ਆਏ ਤੇ ਇੱਥੇ ਆਲੇ ਦੁਆਲੇ ਜਿਹੜੇ ਮਜ਼ਦੂਰ ਨੇ ਨਾ, ਉੱਥੇ ਇੱਕ ਭੱਠਾ ਲੱਗਿਆ ਸੀ। ਤਾਂ ਸਤਿਗੁਰੂ ਜੀ ਕਹਿਣ ਲੱਗੇ ਉਹਨਾਂ ਮਜ਼ਦੂਰਾਂ ਨੂੰ ਕਿ ਭਾਈ ਅਸੀਂ ਕੁਝ ਸਮਾਂ ਠਹਿਰਨਾ, ਆਰਾਮ ਕਰਨਾ। ਤੇ ਉਹਨਾਂ ਨੇ ਬੜੀ ਮਸ਼ਕਰੀ ਦੇ ਨਾਲ ਮਖੌਲ ਜਿਹਾ ਕੀਤਾ, ਕਹਿੰਦੇ ਉਹ ਸਾਹਮਣੇ ਭੱਠਾ, ਉੱਥੇ ਆਰਾਮ ਕਰ ਲਓ। ਤੇ ਉਹ ਭੱਠਾ ਬਲ ਰਿਹਾ ਸੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣਾ ਘੋੜਾ ਜਦੋਂ ਉਧਰ ਕੀਤਾ ਨਾ, ਤੇ ਜਿਉਂ ਹੀ ਘੋੜੇ ਦੇ ਪੌੜ ਉੱਥੇ ਪਏ ਤੇ ਉਹ ਭੱਠਾ ਬਿਲਕੁਲ ਸ਼ਾਂਤ ਹੋ ਗਿਆ। ਤਾਤੀ ਵਾਉ ਨਾ ਲੱਗਈ, ਪਾਰ ਬ੍ਰਹਮ ਸ਼ਰਨਾਈ, ਚੌਗਿਰਦ ਹਮਾਰੇ ਰਾਮ ਕਰ ਦੁੱਖ ਲੱਗੇ ਨਾ ਭਾਈ। ਮੇਰੇ ਹਿੰਦੂ ਵੀਰਾਂ ਦੀ ਜਦੋਂ ਆਪਾਂ ਹਿਸਟਰੀ ਪੜ੍ਹਦੇ ਆ, ਉਹਨਾਂ ਦਾ ਇਤਿਹਾਸ ਕਹਿ ਲਓ ਜਾਂ ਉਹਨਾਂ ਦਾ ਸਨਾਤਨੀ ਮਤਾਂ ਦਾ, ਤਾਂ ਉਹ ਆਪਣੀ ਇਸ ਗੱਲ ਨੂੰ ਬੜਾ ਸ਼ਰਧਾ ਭਾਵਨਾ ਨਾਲ ਪ੍ਰਗਟ ਕਰਦੇ ਨੇ ਕਿ ਕਿਸ ਤਰ੍ਹਾਂ ਮਤਲਬ ਜਦੋਂ ਰਾਵਣ ਚੁੱਕ ਕੇ ਲਿਜਾਣ ਲੱਗਾ ਤੇ ਉਹਦੇ ਆਲੇ ਦੁਆਲੇ ਕਾਰ ਕੱਢਤੀ ਸੀ। ਪਰ ਜਦੋਂ ਸਾਡੇ ਗੁਰੂ ਦੀ ਗੱਲ ਆਉਂਦੀ ਹੈ ਤੇ ਆਪਾਂ ਫਿਰ ਕਿੰਤੂ ਪ੍ਰੰਤੂ ਵਾਲੇ ਪਾਸੇ ਆ ਜਾਂਦੇ ਆ।
ਤੁਸੀਂ ਅੱਜ ਵੀ ਉੱਥੇ ਭੈਣ ਜੀ ਦੇਖ ਸਕਦੇ ਹੋ ਪੰਜਾਬ ਜਾ ਕੇ ਕਿ ਕਿਵੇਂ ਉੱਥੇ ਗੁਰਦੁਆਰਾ ਭੱਠਾ ਸਾਹਿਬ ਬਣੇ ਹੈ ਜੀ ਤੇ ਸਤਿਗੁਰਾਂ ਦੇ ਉਸ ਘੋੜੇ ਦੇ ਨਿਸ਼ਾਨ ਅੱਜ ਵੀ ਨੇ ਪੌੜ ਦੇ। ਜੀ ਜੀ ਹਾਂਜੀ। ਤੇ ਜਦੋਂ ਗੁਰਸੇ ਸਤਿਗੁਰੂ ਜੀ ਜੀ ਹਾਂਜੀ ਗੁਰਸੇਵਕ ਸਿੰਘ ਜੀ, ਭਾਵੇਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸਾਹਿਬਜ਼ਾਦਿਆਂ ਦੀ ਕੁਰਬਾਨੀ ਤੇ ਸ਼ਹੀਦੀ ਦੀ ਗੱਲ ਕਰ ਰਹੇ ਹਾਂ। ਇਹ ਜੋ ਇੱਕ ਮੈਂ ਕਹਾਂਗੀ ਲਹਿਰ ਹੈਗੀ ਸ਼ਹੀਦੀ ਦੀ, ਇਹ ਤਾਂ ਸਿੱਖ ਕੌਮ ਦੇ ਵਿੱਚ ਸ਼ੁਰੂ ਤੋਂ ਹੀ ਜੁੜੀ ਹੋਈ ਹੈ। ਸਾਡੀ ਆਈਡੈਂਟੀਟੀ ਦਾ ਇੱਕ ਬਹੁਤ ਵੱਡਾ ਹਿੱਸਾ ਹੈਗਾ। ਕਿਸੇ ਵੀ ਪਾਸੇ ਤੁਸੀਂ ਵੇਖੋ, ਭਾਵੇਂ ਗੁਰੂਆਂ ਨੇ ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ, ਆਪਣੇ ਸਿੱਖਾਂ ਵੱਲੋਂ ਇਹ ਸ਼ਹੀਦੀ ਜਦੋਂ ਮੰਗੀ ਹੈ, ਉਹਦੇ ਕਰਕੇ ਹੀ ਕੌਮ ਅੱਜ ਅੱਗੇ ਵਧੀ ਹੈ। ਮੈਂ ਖਾਸ ਕਰਕੇ ਛੋਟੇ ਸਾਹਿਬਜ਼ਾਦਿਆਂ ਦੇ ਬਾਰੇ ਥੋੜ੍ਹੀ ਜਿਹੀ ਤੁਹਾਡੇ ਨਾਲ ਵਿਚਾਰ ਤੁਹਾਡੇ ਲੈਣਾ ਚਾਹੁੰਦੀ ਹਾਂ, ਬਿਕੋਜ਼ ਇਹ ਦਿਨ ਹੁਣ ਆ ਰਹੇ ਹੈ ਅਤੇ ਜਦੋਂ ਅਸੀਂ ਸ਼ਹੀਦੀ ਦੀ ਗੱਲ ਕਰਦੇ ਹਾਂ, ਇੱਕ ਜੰਗ ਦੇ ਵਿੱਚ ਲੜਾਈ ਲੜਨਾ, ਉਹਦੇ ਵਿੱਚ ਇੱਕ ਕਿਸਮ ਦੀ ਮਤਲਬ ਅੰਡਰਸਟੈਂਡਿੰਗ ਹੁੰਦੀ ਹੈ ਕਿ ਕੁਛ ਵੀ ਹੋ ਸਕਦਾ ਹੈ, ਬਟ ਨਿੱਕੇ ਨਿੱਕੇ ਬੱਚਿਆਂ ਦੇ ਵਿੱਚ ਉਹੋ ਜਿਹੀ ਭਾਵਨਾ, ਇਹ ਬਹੁਤ ਇੱਕ ਵੱਡੀ ਗੱਲ ਹੈਗੀ ਸਾਡੇ ਲਈ। ਹਲੇ ਵੀ ਇਹ 'ਚੋਂ ਅਸੀਂ ਕਿੰਨਾ ਕੁਛ ਸਿੱਖ ਸਕਦੇ ਹਾਂ, ਉਹਦੇ ਬਾਰੇ ਮੈਂ ਗੱਲ ਕਰਨਾ ਚਾਹੁੰਦੀ ਹਾਂ। ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਾ। ਗੁਰਸੇਵਕ ਸਿੰਘ ਜੀ ਹੈੱਡ ਗ੍ਰੰਥੀ ਸਟਾਕਟਨ ਗੁਰਦੁਆਰੇ ਤੋਂ ਸਾਡੇ ਨਾਲ ਜੁੜੇ ਹਨ। ਵਿਊਅਰਸ, ਤੁਸੀਂ ਵੀ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ। ਬਹੁਤ ਹੀ ਇੰਪੋਰਟੈਂਟ ਪ੍ਰੋਗਰਾਮ, ਇੰਪੋਰਟੈਂਟ ਡਿਸਕਸ਼ਨ ਹੋ ਰਹੀ ਹੈ। ਮਿਲਦੇ ਹਾਂ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਸਾਰਿਆਂ ਨੂੰ ਸਵਾਗਤ ਕਰਦੇ ਹਾਂ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ, ਤੇ ਅੱਜ ਅਸੀਂ ਸਿੱਖ ਪੰਥ ਕਿਹਨਾਂ ਦੇ ਸ਼ਹੀਦੀਆਂ ਉੱਤੇ ਬਣਿਆ, ਉਹਨਾਂ ਦੀ ਥੋੜ੍ਹੀ ਜਿਹੀ ਗੱਲ ਕਰ ਰਹੇ ਹਾਂ। ਸਾਡੇ ਗੁਰੂਆਂ ਨੇ, ਉਹਨਾਂ ਦੇ ਸੇਵਾਦਾਰਾਂ ਨੇ, ਉਹਨਾਂ ਦੇ ਪੋਤਰੇ ਪੋਤਰੀਆਂ ਨੇ, ਪੁੱਤਰਾਂ ਨੇ ਜੋ ਸ਼ਹੀਦੀਆਂ ਦਿੱਤੀਆਂ, ਉਹਨਾਂ ਦੀ ਗੱਲ ਕਰ ਰਹੇ ਹਾਂ। ਅਤੇ ਸਾਡੇ ਨਾਲ ਜੁੜੇ ਹਨ ਸਾਡੇ ਗਦਰੀ ਬਾਬਿਆਂ ਦਾ ਮਹਾਨ ਅਸਥਾਨ ਗੁਰਦੁਆਰਾ ਸਟਾਕਟਨ ਵੱਲੋਂ ਹੈੱਡ ਗ੍ਰੰਥੀ ਸਾਹਿਬ ਗੁਰਸੇਵਕ ਸਿੰਘ ਜੀ। ਇੱਕ ਵਾਰੀ ਫਿਰ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਗੁਰਸੇਵਕ ਸਿੰਘ ਜੀ, ਤੁਸੀਂ ਸਾਨੂੰ ਬਹੁਤ ਹੀ ਕਮ ਸਮੇਂ ਦੇ ਵਿੱਚ ਇੰਨੀ ਜ਼ਿਆਦਾ ਇਤਿਹਾਸਿਕ ਤੌਰ 'ਤੇ ਨਾ ਕਿ ਸਿਰਫ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਆਲੇ ਦੁਆਲੇ ਕੀ ਕੁਛ ਮਾਹੌਲ ਬਣ ਰਿਹਾ ਸੀ ਉਹਦੇ ਬਾਰੇ ਦੱਸਿਆ, ਬਟ ਕਿਸ ਤਰ੍ਹਾਂ ਹਲੇ ਵੀ ਕੌਮ ਦੇ ਵਿੱਚ ਇਹ ਕਿੰਤੂ ਪ੍ਰੰਤੂ ਹੋ ਜਾਂਦਾ ਹੈ ਜਦੋਂ ਅਸੀਂ ਇਨ ਚੀਜ਼ਾਂ ਦੀ ਗੱਲ ਕਰਦੇ ਹਾਂ। ਮੈਨੂੰ ਕਦੀ ਕਈ ਵਾਰ ਹੈਰਾਨੀ ਵੀ ਹੁੰਦੀ ਹੈ ਇਸ ਚੀਜ਼ ਨੂੰ ਵੇਖ ਕੇ ਕਿ ਜੋ ਸਾਡਾ ਇਤਿਹਾਸ ਹੈ, ਉਹਦੇ ਕਿੰਨੇ ਵੱਖਰੇ ਰੈਕਰਡਸ ਹੈਗੇ। ਅਗਰ ਤੁਸੀਂ ਸਿੱਖ ਇਤਿਹਾਸ ਨੂੰ ਪੜ੍ਹੋ, ਜਦੋਂ ਅੰਗਰੇਜ਼ ਵੀ ਸੀਗੇ ਇੰਡੀਆ ਦੇ ਵਿੱਚ, ਉਹਨਾਂ ਨੇ ਵੀ ਲਿਖਿਆ ਹੋਇਆ ਹੈ ਸਾਡੇ ਸਿੱਖ ਕੌਮ ਦੀ ਬਹਾਦਰੀ ਬਾਰੇ ਕਿ ਕਿਸ ਤਰ੍ਹਾਂ ਇਹ ਮਾਰਸ਼ਲ ਕੌਮ ਜਿਹਨੇ ਇੰਨੇ ਲੋਕਾਂ ਨੂੰ ਜੋੜਿਆ, ਇੱਕ ਖਤਰਾ ਬਣ ਸਕਦੀ ਸੀ ਉਹਨਾਂ ਦੇ ਰਾਜ ਉੱਤੇ। ਸਿੱਖ ਕੌਮ ਬਾਰੇ ਮੁਗਲਾਂ ਨੇ ਲਿਖਿਆ ਹੋਇਆ, ਸਾਡੇ ਗੁਰੂਆਂ ਬਾਰੇ ਉਹਨਾਂ ਨੇ ਲਿਖਿਆ ਹੋਇਆ, ਬਟ ਕਿਤੇ ਨਾ ਕਿਤੇ ਸਾਡੀ ਆਪਣੀ ਕੌਮ ਇਸ ਇਤਿਹਾਸ ਦੇ ਉੱਤੇ ਵੰਡ ਜਾਂਦੀ ਹੈ। ਬਟ ਬਿਫੋਰ ਵੀ ਗੈਟ ਟੂ ਦ ਪੋਲੀਟਿਕਸ ਆਫ ਇਟ ਆਲ, ਬਿਕਾਜ਼ ਹਲੇ ਵੀ ਪੰਜਾਬ ਦੇ ਵਿੱਚ ਇਹੋ ਜਿਹਾ ਪੋਲੀਟਿਕਸ ਵੇਖਣ ਨੂੰ ਮਿਲਦਾ ਹੈ। ਕਿਤੇ ਨਾ ਕਿਤੇ ਪੰਜਾਬ ਦਾ ਦਰਦ ਇਨ ਚੀਜ਼ਾਂ ਦੇ ਵਿੱਚ ਮੈਂ ਕਹਾਂਗੀ ਰੂਟਡ ਹੈਗਾ। ਬਟ ਉਹ ਤੋਂ ਪਹਿਲੇ ਛੋਟੇ ਸਾਹਿਬਜ਼ਾਦਿਆਂ ਦੇ ਬਾਰੇ ਮੈਂ ਤੁਹਾਡੇ ਤੋਂ ਵਿਚਾਰ ਸੁਣਨਾ ਚਾਹੁੰਦੀ ਹਾਂ ਗ੍ਰੰਥੀ ਜੀ। ਇੰਨੇ ਨਿੱਕੇ ਨਿੱਕੇ ਬੱਚੇ, ਉਹਨਾਂ ਨੂੰ ਸਭ ਕੁਛ ਦਿੱਤਾ, ਸਭ ਕੁਛ ਆਫਰ ਕੀਤਾ, ਸ਼ੌਹਰਤ, ਜ਼ਿੰਦਗੀ, ਨਾਮ, ਆਰਾਮ, ਸਭ ਕੁਛ, ਬਟ ਇੰਨੀ ਛੋਟੀ ਉਮਰ ਦੇ ਬੱਚਿਆਂ ਦਾ ਇਹ ਕਹਿਣਾ ਕਿ ਨਹੀਂ, ਅਸੀਂ ਸ਼ਹੀਦ ਹੋਵਾਂਗੇ, ਸਿੱਖ ਕੌਮ ਲਈ ਅਸੀਂ ਸ਼ਹੀਦੀ ਦੇਵਾਂਗੇ, ਇਹਦੇ ਬਾਰੇ ਸਾਨੂੰ ਦੱਸੋ। ਹਾਂਜੀ, ਉਹਨਾਂ ਦੀ ਬਹੁਤ ਵੱਡੀ ਮਹਾਨ ਸ਼ਹਾਦਤ ਹੈ, ਸ਼ਹੀਦੀ ਹੈ। ਪਰ ਹੈਰਾਨਗੀ ਦੀ ਗੱਲ ਹੈ ਵੀ ਉਹਨਾਂ ਮਹਾਨ ਸੂਰਬੀਰ ਯੋਧਿਆਂ ਨੇ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ। ਪਹਿਲੀ ਗੱਲ ਤਾਂ ਜਿਹੜਾ ਬਾਬਾ ਲਫ਼ਜ਼ ਹੈ, ਮੈਂ ਇਹਦੇ ਬਾਰੇ ਥੋੜ੍ਹੀ ਜਿਹੀ ਬੇਨਤੀ ਕਰਦਿਆਂ, ਕਿਉਂਕਿ ਸਾਡੇ ਪੰਜਾਬ ਦੇ ਵਿੱਚ ਬਾਬੇ ਬਹੁਤ ਨੇ। ਮਤਲਬ ਸਾਡੇ ਜਿਹੜੇ ਅਸਲੀ ਬਾਬੇ ਨੇ ਨਾ, ਬਾਬੇ ਦੇ ਅਰਥ ਹੁੰਦੇ ਨੇ ਕਮਾਈ। ਕਮਾਈ ਨੂੰ ਬਾਬਾ ਆਖਿਆ ਜਾਂਦਾ। ਇੱਕ ਹੁੰਦਾ ਬਾਬਾ, ਜਿੱਦਾਂ ਮੇਰਾ ਪਿਤਾ ਜੀ ਜਾਂ ਤੁਹਾਡੇ ਪਿਤਾ ਜੀ ਹੁਣ, ਉਹਦੇ ਗਾਂ ਪਿਤਾ ਜੀ, ਉਹਨੂੰ ਵੀ ਆਪਾਂ ਬਾਬਾ ਜਾਂ ਦਾਦਾ ਕਹਿੰਦੇ ਹਾਂ। ਪਰ ਹੈਰਾਨਗੀ ਦੀ ਗੱਲ ਹੈ, ਜਦੋਂ ਸਾਡੇ ਕੋਲ ਇੰਨੇ ਵੱਡੇ ਵੱਡੇ ਮਹਾਨ ਬਾਬੇ ਹੋਣ, ਉਮਰਾਂ ਭਾਵੇਂ ਉਹਨਾਂ ਦੀਆਂ ਛੋਟੀਆਂ ਨੇ, ਪਰ ਉਹਨਾਂ ਦੀ ਕਮਾਈ ਬਹੁਤ ਵੱਡੀ ਹੈ। ਇੰਨੇ ਵੱਡੇ ਬਾਬੇ ਹੋਣ ਦੇ ਬਾਵਜੂਦ ਵੀ ਅਸੀਂ ਪੰਜਾਬ ਦੀ ਧਰਤੀ ਤੋਂ ਆਏ ਹਾਂ, ਉੱਥੇ ਰਹਿੰਦੇ ਹਾਂ, ਗੁਰੂਆਂ ਦੀ ਬਾਣੀ ਉਚਾਰੀ ਹੈ, ਤਾਂ ਫਿਰ ਅਸੀਂ ਇੰਨੇ
ਬਾਬਾਵਾਦ ਦੇ ਪਿੱਛੇ ਕਿਉਂ ਲੱਗੇ ਹੋਏ ਆ। ਜਿਹੜੇ ਬਾਬੇ ਨੇ, ਜਿਹੜਾ ਸਾਧ ਲਾਣਾ ਮੈਨੂੰ ਖਿਮਾ ਕਰਿਓ, ਇਹਨਾਂ ਨੇ ਸਾਡੇ ਕੌਮ ਦਾ ਬਹੁਤ ਨੁਕਸਾਨ ਕੀਤਾ ਹੈ। ਦੇਖੋ ਠੰਡਾ ਬੁਰਜ ਜਿਹੜਾ ਸੀਗਾ, ਜਿਹੜਾ 100 ਜੇ ਮੈਂ ਨਹੀਂ ਭੁੱਲਦਾ ਤਾਂ 40 ਫੁੱਟ ਉੱਚਾ, ਉਹਦੀ ਲੰਬਾਈ 140 ਫੁੱਟ ਉੱਚੀ, ਉਹ ਠੰਡਾ ਬੁਰਜ ਸੀ। ਉਸ ਠੰਡੇ ਬੁਰਜ ਨੂੰ ਵੀ ਅਸੀਂ ਬੁਰਜ ਨਹੀਂ ਰਹਿਣ ਦਿੱਤਾ, ਉਹਦੇ ਉੱਪਰ ਅਸੀਂ ਮਕਰਾਣੇ ਦਾ ਜਿੰਨਾ ਪੱਥਰ ਸੀ ਉਹ ਲਾ ਲਾ ਕੇ ਉਹਨੂੰ ਐਨ ਪੱਕਿਆ ਕਰ ਦਿੱਤਾ। ਦਮਦਮਾ ਸਾਹਿਬ ਦੀ ਧਰਤੀ ਤੇ ਬਾਬਾ ਦੀਪ ਸਿੰਘ ਜੀ ਦਾ ਬੁਰਜ ਸੀ ਬੜਾ ਉੱਚਾ, ਉਹਦਾ ਵੀ ਮਲੀਆ ਮੇਟ ਕਰ ਦਿੱਤਾ। ਕਾਰ ਸੇਵਾ ਦੇ ਨਾਂ ਤੇ ਸ਼ਹੀਦਾਂ ਦੀਆਂ ਜਿਹੜੀਆਂ ਯਾਦਗਾਰਾਂ ਸਨ ਉਹਨਾਂ ਦੀ ਮਾਰ ਸੇਵਾ ਕੀਤੀ ਗਈ। ਅਸੀਂ ਰਹਿਣ ਹੀ ਕੁਝ ਨਹੀਂ ਦਿੱਤਾ। ਤੁਸੀਂ ਵੇਖੋ ਅਮਰੀਕਾ ਆਪਾਂ ਰਹਿੰਦੇ ਹਾਂ, ਬਾਹਰਲੇ ਮੁਲਕਾਂ 'ਚ, ਤੇ ਇਹਨਾਂ ਲੋਕਾਂ ਨੇ, ਗੋਰਿਆਂ ਨੇ ਆਪਣੀਆਂ ਜਿਹੜੀਆਂ ਪੁਰਾਣੀਆਂ ਤੋਂ ਪੁਰਾਣੀਆਂ ਵੀ ਚੀਜ਼ਾਂ ਨੇ ਉਹ ਵੀ ਸਾਂਭ ਕੇ ਰੱਖੀਆਂ ਹੋਈਆਂ ਨੇ। ਪਰ ਅਸੀਂ ਆ ਕੁਝ ਕੁ ਸਮਾਂ ਹੀ ਹੋਇਆ ਜੇ ਅਸੀਂ ਆਪਣੇ ਸ਼ਹੀਦਾਂ ਦੀਆਂ ਸਾਰੀਆਂ ਨਿਸ਼ਾਨੀਆਂ ਹੌਲੀ ਹੌਲੀ ਮਲੀਆ ਮੇਟ ਕਰਦੇ ਜਾ ਰਹੇ ਹਾਂ। ਦਰਅਸਲ ਕਾਹਦੇ ਲਈ ਸਾਨੂੰ ਲੋੜ ਹੈ? ਆਪਣੇ ਮਾਸੂਮ ਬੱਚਿਆਂ ਨੂੰ ਸੋਹਣੀ ਐਜੂਕੇਸ਼ਨ ਦੇਣੀ, ਉਹਨਾਂ ਨੂੰ ਵਿੱਦਿਆ ਦਿਓ, ਉਹਨਾਂ ਨੂੰ ਉੱਚੇ ਅਹੁਦਿਆਂ ਤੇ ਲੈ ਕੇ ਜਾਓ। ਪਰ ਸਾਡੀ ਕੌਮ ਇਹਨਾਂ ਪਖੰਡੀ ਸਾਧਾਂ ਦੇ ਕੋਲ ਆਪਣੇ ਬੱਚਿਆਂ ਨੂੰ ਲੈ ਕੇ ਤੁਰੀ ਫਿਰਦੀ ਹੈ। ਜੋ ਸਾਡੇ ਕੋਲ ਬਾਬਾ ਜ਼ੋਰਾਵਰ ਸਿੰਘ ਵਰਗੇ ਇਹ ਇੰਨੇ ਵੱਡੇ ਵੱਡੇ ਬਾਬੇ ਹੈਗੇ ਨੇ, ਉਹ ਬਾਬੇ ਜਿਨ੍ਹਾਂ ਦੀ ਗੱਲ ਭੈਣ ਜੀ ਤੁਸੀਂ ਕਰ ਰਹੇ ਸੀਗੇ, ਉਹ ਬਾਬੇ, ਤਾਂ ਫਿਰ ਸਾਨੂੰ ਹੋਰ ਬਾਬਿਆਂ ਦੇ ਦਰਾਂ ਤੇ ਜਾਣ ਦੀ ਕੀ ਲੋੜ ਹੈ? ਵੇਖੋ ਮਾਤਾ ਗੁਜਰ ਕੌਰ ਜਿਸ ਵਕਤ ਉਹ ਆਈ ਨੇ, ਕਿਉਂਕਿ ਜਦੋਂ 8 ਪੋਹ ਦੀ ਜਿਹੜੀ ਰਾਤ ਸੀ ਨਾ, 7 ਪੋਹ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਸ਼ਾਮ ਨੂੰ ਚਮਕੌਰ ਦੀ ਗੜੀ ਪਹੁੰਚਦੇ ਨੇ, ਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਗੜੀ ਦੇ ਉੱਪਰ ਮਮਟੀ ਤੇ ਖਲੋ ਕੇ ਆਲੇ ਦੁਆਲੇ ਵੇਖਦੇ ਰਹੇ। ਗੁਰਸਿੱਖ ਪੁੱਛਦੇ ਨੇ ਭਾਈ ਸਾਹਿਬ ਭਾਈ ਧਰਮ ਸਿੰਘ ਜੀ ਨਾਲ ਦੇ ਸਿੰਘ ਕਿ ਸਤਿਗੁਰੂ ਜੀ ਪਟਨੇ ਦੇ ਮਹੱਲ, ਆਨੰਦਪੁਰ ਦੇ ਮਹੱਲਾਂ ਨਾਲੋਂ, ਸਾਰੀਆਂ ਧਾਰਮਿਕ ਇਹਨਾਂ ਅਸਥਾਨਾਂ ਦੇ ਨਾਲੋਂ ਤੁਹਾਡਾ ਇਸ ਗੜੀ ਦੇ ਨਾਲ ਇੰਨਾ ਪਿਆਰ ਕਿਉਂ ਹੈ, ਕੱਚੀ ਨਾਲ? ਸਤਿਗੁਰੂ ਜੀ ਕਹਿਣ ਲੱਗੇ ਇਸ ਕੱਚੀ ਗੜੀ ਵਿੱਚ ਅੱਜ ਪੱਕਿਆਂ ਦਾ ਵਾਸਾ ਹੋ ਗਿਆ ਤੇ ਪੱਕੇ ਮਹੱਲ ਵੀ ਇਸ ਕੱਚੀ ਗੜੀ ਦਾ ਮੁਕਾਬਲਾ ਨਹੀਂ ਕਰ ਸਕਣਗੇ। ਸਤਿਗੁਰਾਂ ਨੂੰ ਪਤਾ ਵੀ ਸ਼ਾਮ ਹੋ ਗਈ, 7 ਪੋਹ ਹੋ ਗਈ ਤੇ 8 ਪੋਹ ਹੁੰਦਿਆਂ ਹੀ ਇੱਥੇ ਘਮਾਸਾਨ ਦਾ ਯੁੱਧ ਹੋਣਾ। ਗੁਰ ਛਿਨਹਿ ਕੇ ਚਹਿਲ ਨਰ ਕੇ ਦਹਿਲਕ ਬਰੋ ਆਇਦ ਬਰੇ ਬੇਖਬਰ। ਸਤਿਗੁਰਾਂ ਨੇ ਜ਼ਫਰਨਾਮੇ ਵਿੱਚ ਲਿਖਿਆ। ਹੋ ਸਕਦਾ ਵੀ ਅੱਜ ਦੇ ਲੋਕ ਇਸ ਗੱਲ ਨੂੰ ਝੂਠ ਕਹਿ ਦਿੰਦੇ, ਨਹੀਂ ਜੀ 10 ਲੱਖ ਕਿੱਥੇ 40, ਪਰ ਸਤਿਗੁਰੂ ਜੀ ਲਿਖ ਗਏ ਤਾਂ ਕਿ ਕੋਈ ਮੁਨਕਰ ਨਾ ਹੋਵੇ। ਇੱਕ ਬੰਨੇ 40, ਇੱਕ ਬੰਨੇ 10 ਲੱਖ, ਜ਼ਮੀਨ ਅਸਮਾਨ ਦਾ ਫਰਕ ਹੈ ਵੀ ਇਹਨਾਂ ਨੇ ਸਵੇਰੇ ਸ਼ਹੀਦ ਹੋ ਜਾਣਾ, ਤੇ ਵਾਕਈ ਉਹ ਸ਼ਹੀਦ ਹੋਏ। ਇਤਿਹਾਸ ਬੜਾ ਲੰਬਾ ਹੈ। ਇੱਥੋਂ ਹੀ ਫਿਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਾਤਸ਼ਾਹ ਮਾਛੀਵਾੜੇ ਦੇ ਜੰਗਲਾਂ ਦੇ ਵੱਲ ਚਲੇ ਜਾਂਦੇ ਨੇ, ਤੇ ਇਧਰੋਂ ਮਾਤਾ ਗੁਜਰ ਕੌਰ ਜੀ ਤੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਜਿਹੜੀ ਪਹਿਲੀ ਰਾਤ ਹੈ ਉਹ ਕੁੰਮੇ ਮਾਸ਼ਕੀ ਦੀ ਝੁੱਗੀ ਵਿੱਚ ਕੱਟਦੇ ਨੇ। ਅੱਜ ਉੱਥੇ ਬਾਬਾ ਕੁੰਮਾ ਮਾਸ਼ਕੀ ਜੀ, ਉਹਨਾਂ ਦੀ ਯਾਦਗਾਰ ਬਹੁਤ ਵੱਡਾ ਅਸਥਾਨ ਬਣਿਆ। ਦੂਸਰੇ ਦਿਨ ਇਤਿਹਾਸ ਇਹ ਕਹਿੰਦਾ ਹੈ ਕਿ ਜਿਹੜਾ ਗੰਗੂ ਬ੍ਰਾਹਮਣ ਹੈ, ਗੰਗੂ ਬ੍ਰਾਹਮਣ, ਉਹਦੀ ਕੁੱਲ ਭਾਵੇਂ ਉੱਚੀ ਸੀ। ਇੱਕ ਵਿਦਵਾਨ ਨੇ ਬੜੇ ਸੋਹਣੇ ਬੋਲ ਲਿਖੇ ਨੇ, ਉਹ ਕਹਿੰਦੇ ਤੀਰ ਪੁੱਤ ਸੀ ਭਾਵੇਂ ਬ੍ਰਾਹਮਣਾਂ ਦਾ, ਆਖਰ ਨਿਕਲਿਆ ਚੰਡਾਲ ਗੰਗੂ। ਭਾਵੇਂ ਉੱਚੀ ਕੁੱਲ ਸੀ ਉਹਦੀ, ਪਰ ਉਹ ਮਾਇਆ ਦੇਖੀ। ਜੇ ਆਪਾਂ ਦੇਖਿਆ ਜਾਏ ਨਾ, ਆਪਾਂ ਫੋਟੋਆਂ ਵਿੱਚ ਵੇਖਦੇ ਹਾਂ ਵੀ ਇੱਕ ਖੱਚਰ ਹੈ, ਉਹਦੇ ਪਰ ਮਾਤਾ ਜੀ ਨੇ ਮਾਇਆ ਜਾਂ ਧਨ ਲੱਦਿਆ ਹੈ। ਮੇਰੇ ਖਿਆਲ ਚ ਉਹ ਕਾਲਪਨਿਕ ਕਹਿ ਸਕਦੇ ਹਾਂ। ਕਿਉਂ? ਕਿਉਂਕਿ ਆਪਾਂ ਮਾਤਾ ਜੀ ਨੂੰ ਇੰਨਾ ਲਾਲਚੀ ਨਾ ਬਣਾਈਏ ਵੀ ਉਹ ਇੰਨਾ ਮਾਲ ਜਾਂ ਧਨ ਦੌਲਤ ਲੱਦੀ ਜਾਂਦੇ ਨੇ। ਇਉਂ ਕਹਿ ਸਕਦੇ ਹਾਂ ਕੁਝ ਨਾ ਕੁਝ ਮਾਇਆ ਖਰਚੇ ਲਈ ਮਾਤਾ ਜੀ ਨੇ ਆਪਣੇ ਕੋਲ ਰੱਖੀ ਹੋਵੇਗੀ, ਤੇ ਜਿਉਂ ਹੀ ਗੰਗੂ ਇੱਥੋਂ ਮਿਲਦਾ ਹੈ ਆਪਣੇ ਘਰ ਲੈ ਜਾਂਦਾ। ਆਖਰ ਚਿੱਤ ਨੂੰ ਸੀ ਹਾਰ ਬੈਠਾ, ਵਿੱਚ ਛੱਟ ਦੇ ਵੇਖ ਕੇ ਮਾਲ ਗੰਗੂ। ਤੀਰ ਪੁੱਤ ਸੀ ਬ੍ਰਾਹਮਣਾਂ ਦਾ, ਐ ਪਰ ਨਿਕਲਿਆ ਬੜਾ ਚੰਡਾਲ ਗੰਗੂ। ਕੁੱਲ ਭਾਵੇਂ ਉੱਚੀ ਸੀ ਪਰ ਸੋਚ ਬੜੀ ਨੀਵੀਂ ਸੀ। ਬੰਦੇ ਦੀ ਜਾਤ ਜਾਂ ਕੁੱਲ ਉੱਚੀ ਇਹ ਅਹਿਮੀਅਤ ਨਹੀਂ ਰੱਖਦੀ, ਬੰਦੇ ਦੇ ਖਿਆਲ, ਬੰਦੇ ਦੇ ਨੇਚਰ ਕਿੱਦਾਂ ਦੇ ਨੇ, ਕਿਉਂਕਿ ਗੁਰੂ ਸਾਹਿਬ ਜੀ ਇਸ ਚੀਜ਼ ਨੂੰ ਪ੍ਰਵਾਨ ਕਰਦੇ ਨੇ ਜੀ। ਘਰ ਲੈ ਜਾਂਦਾ ਹੈ। ਇਤਿਹਾਸ ਇਹ ਕਹਿੰਦਾ ਹੈ ਉਹਦੀ ਘਰ ਵਾਲੀ ਨੇ ਵੀ ਤੇ ਮਾਤਾ ਨੇ ਵੀ। ਇੱਕ ਹੋਰ ਬੇਨਤੀ ਕਰਾਂ, ਗੁਰਬਾਣੀ ਵਿੱਚ ਲਿਖਿਆ, ਜਿਉ ਕੂਕਰ ਹਰਕਾਇਆ ਧਾਵੈ ਦਹਿ ਦਿਸ ਜਾਏ, ਲੋਭੀ ਜੰਤ ਨ ਜਾਣੀ ਭਖ ਅਭਖ ਸਭ ਗਾਏ ਖਾਏ। ਸਤਿਗੁਰਾਂ ਨੇ ਇਹ ਵੀ ਬਾਣੀ ਵਿੱਚ ਲਿਖਿਆ, ਸੁਆਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤਨੀ ਨਿਤ, ਨਾਨਕ ਇਹ ਬਿਦ ਹਰ ਭਜੋ ਇੱਕ ਮਨ ਹੋਇ ਇੱਕ ਚਿਤ। ਸਵਾਨ ਮੀਨਸ ਕੁੱਤਾ। ਵੇਖੋ ਜਿਸ ਵਕਤ ਗੰਗੂ ਬ੍ਰਾਹਮਣ ਆਨੰਦਪੁਰ ਸਾਹਿਬ ਦੀ ਧਰਤੀ ਤੇ ਸੀ ਨਾ, ਉਦੋਂ ਇਹ ਇੱਕ ਵਫਾਦਾਰ ਕੁੱਤੇ ਵਰਗਾ ਸੀ। ਪਰ ਜਿਸ ਵਕਤ ਇਹੀ ਗੰਗੂ ਬ੍ਰਾਹਮਣ ਦੋਵਾਂ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਮਿਲਦਾ ਹੈ, ਘਰੇ ਵੇਖਦਾ ਹੈ ਮਾਲ ਧਨ ਹੈ, ਤੇ ਉਦੋਂ ਇਹ ਗੰਗੂ ਹਲਕੇ ਕੁੱਤੇ ਵਰਗਾ ਬਣ ਗਿਆ। ਦਰਅਸਲ ਜਿਹੜਾ ਕੁੱਤਾ ਆਪਣੇ ਘਰੇ ਹੋਵੇ, ਜਿੰਨਾ ਚਿਰ ਵਫਾਦਾਰ ਹੈ, ਉਹ ਸਾਰੇ ਪਰਿਵਾਰ ਦੀ ਨਿਗਰਾਨੀ ਰੱਖਦਾ ਹੈ। ਪਰ ਜੇ ਉਹ ਕੁੱਤਾ ਹਲਕ ਜੇ ਤਾਂ ਸਭ ਤੋਂ ਪਹਿਲਾਂ ਉਹ ਘਰ ਦੇ ਬੱਚਿਆਂ ਤੇ ਪਰਿਵਾਰ ਨੂੰ ਹੀ ਵੱਢਦਾ ਹੈ। ਇਹ ਆਪਣੇ ਘਰ ਲੈ ਜਾਂਦਾ ਹੈ। ਮਾਤਾ ਜੀ ਬੜਾ ਇਹਨੂੰ ਕਹਿੰਦੇ ਨੇ
ਕਿ ਵੀ ਨਹੀਂ ਤੂੰ ਏਦਾਂ ਨਾ ਕਰ, ਜੇ ਤੂੰ ਮਾਇਆ ਕੁਝ ਆਪਣੇ ਕੋਲ ਰੱਖ ਹੀ ਲਈ ਹੈ। ਮੈਂ ਇਹ ਕਹਿਣਾ ਵੀ ਜੇ ਮਾਤਾ ਜੀ ਕੋਲ ਮਾਇਆ ਨਾ ਵੀ ਹੁੰਦੀ ਤਾਂ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦੇ ਫਿਰ ਵੀ ਇੱਕ ਬਹੁਤ ਵੱਡੀ ਮਹਾਨ ਹਸਤੀ ਨੇ। ਮੁਗਲਾਂ ਨੂੰ ਸਿਰਫ ਇੰਨਾ ਹੀ ਦੱਸ ਦਿੰਦੇ, ਜੇ ਇਹ ਜਾ ਕੇ ਇੰਨਾ ਹੀ ਦੱਸ ਦਿੰਦਾ ਨਾ, ਤਾਂ ਫਿਰ ਵੀ ਉਹਨਾਂ ਨੇ ਦੋਵਾਂ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਪਕੜ ਕੇ ਲੈ ਜਾਣਾ ਸੀ, ਕਿਉਂਕਿ ਇਨਾਮ ਰੱਖਿਆ ਸੀ ਮੌਕੇ ਦੀ ਹਕੂਮਤ ਨੇ। ਪਰ ਇੱਥੋਂ ਫਿਰ ਜਦੋਂ ਉਹ ਪਿੰਡ ਵਿੱਚ ਜਾ ਕੇ ਸ਼ਿਕਾਇਤ ਕਰਦਾ ਮੁਰੰਡੇ ਥਾਣੇ ਵਿੱਚ ਕਿ ਮੇਰੇ ਘਰ ਦੇ ਵਿੱਚ ਮਾਤਾ ਗੁਜਰ ਕੌਰ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਾਤਾ ਜੀ ਦੋਵੇਂ ਸਾਹਿਬਜ਼ਾਦੇ ਮੇਰੇ ਘਰੇ ਨੇ, ਤੁਸੀਂ ਉਹਨਾਂ ਨੂੰ ਪਕੜ ਲਓ ਤੇ ਮੈਨੂੰ ਤੁਸੀਂ ਬਣਦਾ ਇਨਾਮ ਦਿਓ। ਮਾਤਾ ਜੀ ਨੇ ਪਹਿਲਾਂ ਕਹਿ ਦਿੱਤਾ ਸੀ, ਗੰਗਿਆ ਜਿਸ ਇਸ ਮਾਇਆ ਦੇ ਵਾਸਤੇ ਤੂੰ ਲੋਭ ਤੇ ਲਾਲਚ ਕਰਦਾ, ਇਹ ਮਾਇਆ ਹੀ ਤੇਰੀ ਮੌਤ ਦਾ ਕਾਰਨ ਬਣੂਗੀ। ਇਹ ਹਕੀਕਤ ਹੈ, ਉਹ ਮਾਇਆ ਹੀ ਗੰਗੂ ਦੀ ਮੌਤ ਦਾ ਕਾਰਨ ਬਣੀ। ਸਾਹਿਬਜ਼ਾਦੇ ਨੂੰ ਪਕੜ ਕੇ ਲੈ ਗਏ, ਮਾਤਾ ਜੀ ਨੂੰ ਵੀ ਇੱਕ ਰੱਥ ਦੇ ਵਿੱਚ ਬਿਠਾਇਆ। ਫਤਿਹਗੜ੍ਹ ਸਾਹਿਬ ਦੀ ਧਰਤੀ, ਸਰਹੰਦ ਦੀਆਂ ਉਹ ਦੀਵਾਰਾਂ, ਜੇ ਇਤਿਹਾਸ ਨੂੰ ਪੜ੍ਹੀਏ ਵੀ ਗੱਲ ਆਨੰਦਪੁਰ ਤੋਂ ਸ਼ੁਰੂ ਹੋ ਕੇ ਸਮਾਪਤੀ ਫਤਿਹ ਤੇ ਹੁੰਦੀ ਹੈ, ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਜਦੋਂ ਸੂਬਾ ਸਰਹੰਦ ਵਜੀਦ ਖਾਂ ਇਧਰੋਂ 8 ਪੋਹ ਨੂੰ ਚਮਕੌਰ ਦੀ ਜੰਗ ਸਮਾਪਤ ਹੁੰਦੀ ਹੈ, ਸਤਿਗੁਰੂ ਜੀ ਕੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਾਤਸ਼ਾਹ ਫਤਿਹ ਹੁੰਦੀ ਹੈ। ਇਹ ਹਾਰਿਆ ਥੱਕਿਆ ਟੁੱਟਿਆ ਹੋਇਆ ਨਾ ਸੂਬਾ ਸਰਹੰਦ ਵਜੀਦ ਖਾਂ 9 ਪੋਹ ਨੂੰ ਜਦੋਂ ਪਹੁੰਚਦਾ, ਦਿਨ ਚੜ੍ਹਦਾ, ਇਹ ਬੜਾ ਖਿਜਿਆ ਹੋਇਆ ਸੀ, ਬਹੁਤ ਦੁਖੀ ਸੀ ਕਿ ਔਰੰਗਜ਼ੇਬ ਨੇ, ਮੌਕੇ ਦੀ ਹਕੂਮਤ ਨੇ ਮੈਨੂੰ ਬੜਾ ਤੰਗ ਕਰਨਾ ਵੀ 10 ਲੱਖ ਫੌਜ ਵੀ ਮਰਵਾ ਲਈ, ਪੱਲੇ ਕੁਝ ਨਹੀਂ ਪਿਆ। ਇਤਿਹਾਸ ਇਹ ਕਹਿੰਦਾ ਕਿ ਉਸ ਸਮੇਂ ਇਹਦੀ ਖੁਸ਼ੀ ਦੀ ਹੱਦ ਨਾ ਰਹੀ, ਜੋ ਕੰਨਾਂ ਵਿੱਚ ਇਹਦੀ ਆਵਾਜ਼ ਪਈ ਕਿ ਮਾਤਾ ਗੁਜਰੀ, ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਰਿਵਾਰ ਮੇਰੇ ਕਬਜ਼ੇ ਵਿੱਚ ਹੈ। ਤੇ ਸੂਬਾ ਸਰਹੰਦ ਵਜੀਦ ਖਾਂ ਕਹਿੰਦਾ ਇਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਰੱਖੋ, ਉਹ ਬੁਰਜ ਜਿੱਥੇ ਕਦੀ ਇਹ ਸੂਬਾ ਸਰਹੰਦ ਵਜੀਦ ਖਾਂ ਗਰਮੀਆਂ ਦੇ ਵਿੱਚ ਆਉਂਦਾ ਸੀ ਤੇ ਨਾਲ ਦੀ ਨਾ ਪਾਣੀ ਨਦੀ ਵਗਦੀ ਸੀ, ਉਦੋਂ ਇੰਨਾ ਠੰਡਾ ਸੀ ਗਰਮੀਆਂ ਵਿੱਚ, ਤੇ ਜੇ ਪੋਹ ਦੀਆਂ ਰਾਤਾਂ ਵਿੱਚ ਉਹ ਕਿੰਨਾ ਠੰਡਾ ਹੋਵੇਗਾ। ਉਹਨਾਂ ਦੀ ਇੰਨੀ ਵੱਡੀ ਮਹਾਨ ਕੁਰਬਾਨੀ ਹੈ। ਤੇ ਇਹ ਸਾਡੀ ਕੌਮ ਹੈ ਨਾ, ਬਹੁਤ ਮਹਾਨ ਹੈ। ਪਰ ਮੈਂ ਇੱਕ ਜਾਂਦਾ ਜਾਂਦਾ ਬੇਨਤੀ ਕਰਦਾ, ਸ਼ਾਇਦ ਟਾਈਮ ਦੀ ਛੋਟ ਹੋਵੇਗੀ, ਕਿ ਕਿਸਾਨੀ ਅੰਦੋਲਨ ਵੀ ਚੱਲਿਆ ਹਨਾ। ਕਿਸਾਨੀ ਅੰਦੋਲਨ ਦੇ ਵਿੱਚ ਸਾਡੇ ਤਕਰੀਬਨ 700 ਕਿਸਾਨ ਵੀਰ ਭਰਾ, ਬੀਬੀਆਂ, ਬੱਚੇ, ਭੈਣਾਂ ਸ਼ਹੀਦ ਹੋ ਗਏ। ਪਰ ਬੜੀ ਸ਼ਰਮ ਦੀ ਗੱਲ ਹੈ ਵੀ ਸਾਡੇ ਲੋਕ ਅਜੇ ਵੀ ਲੀਡਰਾਂ ਦੀਆਂ ਚੱਪਲਾਂ ਚੱਟਣੋਂ ਨਹੀਂ ਹਟਦੇ, ਅਜੇ ਵੀ ਲੀਡਰਾਂ ਦੇ ਪਿੱਛੇ ਭੱਜੇ ਫਿਰਦੇ। ਗੁਰਸੇਵਕ ਸਿੰਘ ਜੀ ਮਾਫੀ ਮੰਗਦੀ ਹਾਂ, ਮੈਂ ਇੱਥੇ ਤੁਹਾਨੂੰ ਮਾੜਾ ਜਿਹਾ ਰੋਕ ਰਹੀ ਹਾਂ ਬਿਕੋਜ਼ ਤੁਸੀਂ ਕਿਸਾਨ ਮੋਰਚੇ ਵੱਲ ਗੱਲ ਨੂੰ ਲੈ ਕੇ ਜਾ ਰਹੇ ਹੋ। ਮੈਂ ਵੀ ਇਸ ਹੀ ਮੁੱਦੇ ਤੇ ਆਉਣਾ ਚਾਹੁੰਦੀ ਸੀ, ਤੇ ਇੱਥੇ ਇੱਕ ਛੋਟੇ ਜਿਹੇ ਬ੍ਰੇਕ ਰੁਕ ਕੇ ਇਸੇ ਟੌਪਿਕ ਤੇ ਫਿਰ ਡਿਸਕਸ਼ਨ ਸ਼ੁਰੂ ਕਰਦੇ ਹਾਂ। ਤੁਸੀਂ ਇਸ ਤਰ੍ਹਾਂ ਸਾਡੇ ਨਾਲ ਜੁੜੇ ਰਹੋ। ਵਿਊਅਰਸ, ਬੇਨਤੀ ਹੈ ਤੁਸੀਂ ਵੀ ਇਸ ਤਰ੍ਹਾਂ ਜੁੜੇ ਰਹੋ। ਇਤਿਹਾਸ ਸਾਨੂੰ ਕੀ ਸਿਖਾ ਕੇ ਅੱਜ ਦੇ ਮੁਕਾਮ ਤੱਕ ਲੈ ਕੇ ਆਇਆ, ਅੱਜ ਅਸੀਂ ਕਿੱਥੇ ਖੜ੍ਹੇ ਹਾਂ, ਕੀ ਸਥਿਤੀ ਬਣੀ ਹੋਈ ਹੈ ਪੰਜਾਬ ਦੀ ਹਕੂਮਤ ਦੀ ਤੇ ਸਿੱਖ ਕੌਮ ਦੀ, ਇਹਦੀ ਗੱਲ ਕਰਾਂਗੇ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਮੁੜ ਹਾਜ਼ਰ ਹੋਏ, ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ। ਅੰਗਰੇਜ਼ੀ ਦੀ ਇੱਕ ਬਹੁਤ ਹੀ ਫੇਮਸ ਕਹਾਵਤ ਹੈਗੀ, ਇਫ ਯੂ ਡੋਂਟ ਲਰਨ ਫਰਮ ਦ ਪਾਸਟ ਯੂ ਆਰ ਡੂਮਡ ਟੂ ਰਿਪੀਟ ਇਟ। ਅਗਰ ਤੁਸੀਂ ਆਪ ਦੇ ਇਤਿਹਾਸ ਤੋਂ ਨਹੀਂ ਸਿੱਖਦੇ, ਉਹਨੂੰ ਨਹੀਂ ਪੜ੍ਹਦੇ, ਉਹਦੇ ਬਾਰੇ ਜਾਣਕਾਰੀ ਪਾਉਂਦੇ, ਦੈਨ ਤੁਹਾਡੀ ਬਦਕਿਸਮਤੀ ਹੈਗੀ ਕਿ ਸ਼ਾਇਦ ਤੁਸੀਂ ਉਹੀ ਗਲਤੀਆਂ, ਉਹੀ ਗੁਸਤਾਖੀਆਂ ਕਰੋਗੇ ਜੋ ਇਤਿਹਾਸ ਦੇ ਵਿੱਚ ਹੋਈਆਂ। ਬਟ ਇਤਿਹਾਸ ਨੂੰ ਨਾ ਕਿ ਸਿਰਫ ਜਾਣਨਾ ਜ਼ਰੂਰੀ ਹੈ, ਉਹ ਤੋਂ ਅਸੀਂ ਕੀ ਸਿੱਖ ਕੇ ਅੱਜ ਦੀ ਡੇਟ ਦੇ ਵਿੱਚ ਕੀ ਲੈਸਨਸ ਨੂੰ ਅਪਣਾ ਸਕਦੇ ਹਾਂ, ਅਪਲਾਈ ਕਰ ਸਕਦੇ ਹਾਂ, ਉਹਦੀ ਗੱਲ ਹੋ ਰਹੀ ਹੈ। ਸ਼ਹੀਦੀ ਦਿਹਾੜੇ ਚੱਲ ਰਹੇ ਹੈ, ਜਿਨ ਸ਼ਹੀਦੀਆਂ ਦੇ ਬਲਬੂਤੇ ਉੱਤੇ ਸਿੱਖ ਕੌਮ ਖੜੀ ਹੋਈ ਹੈ। ਲੇਕਿਨ ਸਿੱਖ ਕੌਮ ਅੱਜ ਕਿੱਥੇ ਪਹੁੰਚੀ ਹੈ, ਤੇ ਪੰਜਾਬ ਜੋ ਸਾਡੀ ਗੁਰੂਆਂ ਦੀ ਧਰਤੀ ਹੈਗੀ, ਉੱਥੇ ਕੀ ਕੁਝ ਹੋ ਰਿਹਾ ਹੈ ਇਸ ਸਿੱਖ ਕੌਮ ਨੂੰ ਅੱਗੇ ਵਧਾਉਣ ਲਈ, ਇਹਦੀ ਥੋੜ੍ਹੀ ਜਿਹੀ ਹੁਣ ਗੱਲ ਕਰਦੇ ਹਾਂ। ਸਾਡੇ ਨਾਲ ਜੁੜੇ ਹਨ ਸਾਡੇ ਗਦਰੀ ਬਾਬਿਆਂ ਦਾ ਜੋ ਸਥਾਨ ਹੈਗਾ ਸਟਾਕਟਨ ਗੁਰਦੁਆਰਾ ਤੋਂ ਹੈੱਡ ਗ੍ਰੰਥੀ ਸਾਹਿਬ ਗੁਰਸੇਵਕ ਸਿੰਘ ਜੀ। ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਤੁਹਾਡੀ ਹਾਜ਼ਰੀ ਲਈ ਅਸੀਂ ਧੰਨਵਾਦ ਕਰਦੇ ਹਾਂ ਤੁਹਾਨੂੰ, ਤੁਸੀਂ ਟਾਈਮ ਕੱਢ ਕੇ ਸਾਡੇ ਨਾਲ ਜੁੜੇ। ਗੁਰਸੇਵਕ ਸਿੰਘ ਜੀ, ਅਸੀਂ ਇਸ ਮੋਰਚੇ 'ਤੇ, ਕਿਸਾਨ ਮੋਰਚੇ 'ਤੇ ਪੰਜਾਬ ਦੇ ਪੋਲੀਟਿਕਸ ਦੇ ਉੱਤੇ ਥੋੜ੍ਹੇ ਜਿਹੇ ਵਿਚਾਰ ਤੁਹਾਡੇ ਨਾਲ ਕਰਨਾ ਚਾਹੁੰਦੇ। ਬਟ ਇੱਕ ਗੱਲ ਮੈਨੂੰ ਬਹੁਤ ਤੁਹਾਡੀ ਪਤੇ ਦੀ ਲੱਗੀ, ਜਦੋਂ ਮੈਂ ਵੀ ਵਾਹਿਗੁਰੂ ਦੀ ਮਿਹਰ ਦੇ ਨਾਲ ਮੌਕਾ ਮਿਲਿਆ ਸਟਾਕਟਨ ਗੁਰਦੁਆਰੇ ਆ ਕੇ ਉਸ ਇਤਿਹਾਸ ਬਾਰੇ ਸਿੱਖਣ ਦਾ, ਜਿਹਦੇ ਕਰਕੇ ਕਿਤੇ ਨਾ ਕਿਤੇ ਅੱਜ ਇੰਡੀਆ ਇੱਕ ਆਜ਼ਾਦ ਮੁਲਕ ਹੈਗਾ, ਕਿ ਸਾਡੀ ਜੋ ਸਿੱਖ ਆਈਡੈਂਟੀਟੀ ਇਸ ਮੁਲਕ ਦੇ ਵਿੱਚ ਜੁੜੀ ਹੋਈ ਹੈ, ਉਹਦੇ ਬਾਰੇ ਸਾਨੂੰ ਪਤਾ ਹੈ 100 ਤੋਂ ਵੱਧ ਸਾਲ ਪਹਿਲੇ ਉਹ ਸ਼ੁਰੂ ਹੋਈ ਸੀ। ਬਟ ਮੈਨੂੰ ਇੱਕ ਬਜ਼ੁਰਗ ਨੇ ਦੱਸਿਆ, ਕਹਿਣ ਵਾਲੀ ਗੱਲ ਹੈਗੀ ਕਿ ਅਸੀਂ ਕਹਿੰਦੇ ਜ਼ਰੂਰ ਹਾਂ ਗਦਰੀ ਬਾਬੇ, ਬਟ ਦੇਖੋ ਉਸ ਟਾਈਮ ਉਹ ਨੌਜਵਾਨ ਸੀਗੇ,
ਉਹ ਵੀ ਨੌਜਵਾਨ ਸੀਗੇ ਜਿਨ੍ਹਾਂ ਨੇ ਸਕੂਲ ਦੀ ਉਮਰ ਕਾਲਜ ਵਿੱਚ ਬਰਕਲੀ ਦੇ ਵਿੱਚ ਪੜ੍ਹਨ ਆਏ ਜਾਂ ਕੰਮ ਕਰਨ ਆਏ, ਖੇਤੀ ਕਰਨ ਆਏ, ਬਟ ਉਹ ਨੌਜਵਾਨ ਸੀਗੇ। ਉਹਨਾਂ ਦੀ ਕਿੰਨੀ ਵੱਡੀ ਸੋਚ ਸੀਗੀ ਕਿ ਅੱਜ ਵੀ ਅਸੀਂ ਨਾ ਕਿ ਸਿਰਫ ਸਾਡੀ ਕੌਮ ਤੇ ਇਹ ਅਹਿਮੀਅਤ ਰੱਖਦੀ ਹੈਗੀ ਚੀਜ਼, ਬਟ ਸਟਾਕਟਨ ਦੇ ਜੋ ਲੋਕਲਸ ਹਨ, ਗੋਰੇ ਹਨ, ਉਹ ਵੀ ਇੱਕ ਹਿਸਟੋਰੀਕਲ ਮਾਰਕਰ ਮੰਨਦੇ ਹੈ ਉਸ ਗੁਰਦੁਆਰੇ ਨੂੰ, ਉਸ ਪ੍ਰਿੰਟਿੰਗ ਪ੍ਰੈਸ ਨੂੰ। ਸੋ ਇਸ ਚੀਜ਼ ਨੂੰ ਮੈਂ ਇੱਕ ਵਾਰੀ ਫਿਰ ਦੁਹਰਾਉਣਾ ਚਾਹੁੰਦੀ ਸੀ, ਬਹੁਤ ਇਹ ਸਾਡੇ ਲਈ ਇੱਕ ਮਾਣ ਦੀ ਗੱਲ ਹੈ ਕਿ ਅਸੀਂ ਜਦੋਂ ਇਹ ਲਫ਼ਜ਼ ਵਰਤਦੇ ਹਾਂ ਬਾਬੇ, ਕਿ ਇਹਦੇ ਪਿੱਛੇ ਕੀ ਕੁਛ ਜੁੜਿਆ ਹੋਇਆ, ਕੀ ਕੁਛ ਮਾਇਨੇ ਰੱਖਦਾ ਇਹ ਲਫ਼ਜ਼, ਕਿ ਸਾਨੂੰ ਇਹਨੂੰ ਵੇਖ ਕੇ ਕੇਅਰਫੁਲੀ ਵਰਤਣਾ ਚਾਹੀਦਾ ਹੈ। ਗੁਰਸੇਵਕ ਸਿੰਘ ਜੀ, ਤੁਸੀਂ ਇਸ ਕਿਸਾਨ ਮੋਰਚੇ ਨਾਲ ਗੱਲ ਜੋੜ ਰਹੇ ਸੀ, ਤੁਸੀਂ ਮੈਨੂੰ ਸਵੇਰੇ ਵੀ ਗੱਲ ਕਹਿ ਰਹੇ ਸੀ ਕਿ ਖਿਆਲ ਰੱਖੀ ਅਸੀਂ ਇੱਕ ਪਾਸੇ ਆਪਣੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ, ਗੁਰੂਆਂ ਦੀ ਸ਼ਹੀਦੀ ਦੀ ਗੱਲ ਜ਼ਰੂਰ ਕਰ ਰਹੇ ਹਾਂ, ਅਤੇ ਦੂਜੇ ਪਾਸੇ ਅੱਜ ਦੀ ਡੇਟ ਦੇ ਵਿੱਚ 100 ਤੋਂ ਵੱਧ ਜਾਨਾਂ ਗਈਆਂ, ਸ਼ਹੀਦੀਆਂ ਗਈਆਂ। ਬਟ ਇਹ ਮੈਂ ਗਲਤੀ ਕਦੀ ਨਹੀਂ ਕਰਾਂਗੀ ਕਿ ਜੋ ਸਾਡੇ ਇਹ ਸ਼ਹੀਦੀਆਂ ਹੈਗੀ ਉਹਨਾਂ ਨੂੰ ਗੁਰੂਆਂ ਦੀ ਸ਼ਹੀਦੀਆਂ ਦੇ ਨਾਲ ਕੰਪੇਅਰ ਕਰਨਾ। ਬਟ ਨੋ ਡਾਊਟ ਅਸੀਂ ਇੱਥੇ ਇਹ ਜ਼ਰੂਰ ਇੱਕ ਫ਼ਕਰ ਦੇ ਨਾਲ ਕਹਿ ਸਕਦੇ ਹਾਂ ਕਿ ਸਾਡੇ ਜੋ ਬਜ਼ੁਰਗ ਜਾਂ ਬੀਬੀਆਂ ਜਿਨ੍ਹਾਂ ਦੀ ਸ਼ਹੀਦੀਆਂ ਗਈਆਂ ਇਸ ਕਿਸਾਨ ਮੋਰਚੇ ਦੇ ਵਿੱਚ, ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਵੀ ਉਹੀ ਗੁਰੂ ਸਾਹਿਬ ਦੀ, ਮੈਂ ਕਹਾਂਗੀ ਕਿਤੇ ਨਾ ਕਿਤੇ ਗੁਰੂ ਸਾਹਿਬ ਨੇ ਉਹਨਾਂ ਦੇ ਵਿੱਚ ਬਹਿ ਕੇ ਕਿਹਾ ਹੋਣਾ ਕਿ ਸਾਡੇ ਲਈ ਮੌਤ ਕੋਈ ਮਾਇਨੇ ਨਹੀਂ ਰੱਖਦੀ। ਇਹਦੇ ਬਾਰੇ ਤੁਹਾਡੇ ਕੀ ਵਿਚਾਰ ਹਨ? ਹਾਂਜੀ, ਸਤਿਗੁਰਾਂ ਨੇ ਸਾਨੂੰ ਗੁਰਬਾਣੀ ਦੇ ਵਿੱਚ, ਜਿਵੇਂ ਆਪਾਂ ਪਹਿਲਾਂ ਹੀ ਆਰੰਭ ਦੇ ਵਿੱਚ ਹੀ ਬੇਨਤੀ ਕੀਤੀ ਹੈ ਕਿ ਸਾਡੇ ਪਹਿਲੇ ਪਾਤਸ਼ਾਹ ਸਿੱਖ ਧਰਮ ਦੇ ਬਾਨੀ, ਉਹ ਸਾਨੂੰ ਪਹਿਲੇ ਸਿਖਾ ਗਏ ਵੀ ਜੇ ਤੂੰ ਇਸ ਮਾਰਗ ਤੇ ਚੱਲਣਾ ਤੇ ਤੈਨੂੰ ਲੋਕ ਲਾਜ ਛੱਡਣੀ ਪਊਗੀ, ਆਪਣਾ ਆਪ ਗੁਰੂ ਨੂੰ ਅੰਦਰੂਨੀ ਤੌਰ ਤੇ ਸਮਰਪਿਤ ਹੋਣਾ ਪਊਗਾ। ਜਿਸ ਤਰ੍ਹਾਂ ਆਪ ਜੀ ਨੇ ਭੈਣ ਜੀ ਗਦਰੀ ਬਾਬਿਆਂ ਦੇ ਬਾਰੇ ਗੱਲ ਕੀਤੀ ਹੈ, ਜਦੋਂ ਕਰਤਾਰ ਸਿੰਘ ਸਰਾਭਾ ਨੌਜਵਾਨ ਸੀ, ਭਰ ਜਵਾਨੀ ਵਿੱਚ ਸੀ, ਹਨਾ, ਜਦੋਂ ਇਸ ਅਮਰੀਕਾ ਦੀ ਧਰਤੀ ਤੇ ਉਹ ਆਉਂਦਾ ਹੈ ਤੇ ਬਰਕਲੇ ਯੂਨੀਵਰਸਿਟੀ ਵਿੱਚ ਪੜ੍ਹਦਾ, ਮੈਂ ਇੱਥੋਂ ਤੱਕ ਵੀ ਉਹਨਾਂ ਦੇ ਪਿੰਡ ਦੇ ਲੋਕਾਂ ਦੀ ਇੰਟਰਵਿਊ ਸੁਣੀ ਸੀਗੀ ਕਿ ਜਦੋਂ ਉਹ ਇੱਕ ਮਤਲਬ ਰੈਸਟੋਰੈਂਟ ਦੇ ਵਿੱਚ ਜਾਂਦਾ ਖਾਣਾ ਖਾਣ ਦੇ ਲਈ, ਤਾਂ ਉਹਦੇ ਸਾਹਮਣੇ ਲਿਖਿਆ ਹੋਇਆ ਸੀਗਾ ਵੀ ਜਿਹੜੇ ਇੰਡੀਅਨ ਲੋਕ ਨੇ, ਇੰਡੀਅਨ ਕੁੱਤਿਆਂ ਦਾ ਆਉਣਾ ਇੱਥੇ ਸਖਤ ਮਨਾ ਹੈ, ਇਹ ਬਕਾਇਦਾ ਲਿਖਿਆ ਸੀ। ਕਰਤਾਰ ਸਿੰਘ ਸਰਾਭਾ ਅੰਦਰ ਚਲ ਗਿਆ, ਮੈਂ ਸ਼ਹੀਦੀ ਦੀ ਗੱਲ ਤੇ ਆਉਣ ਲੱਗਾ ਜੀ। ਤੇ ਕਰਤਾਰ ਸਿੰਘ ਸਰਾਭਾ ਜਦੋਂ ਅੰਦਰ ਗਿਆ ਤੇ ਉਹ ਜਿਹੜੀ ਗੋਰੀ ਸੀ ਤੇ ਉਹ ਕਹਿਣ ਲੱਗੀ ਵੀ ਬਾਹਰ ਕੀ ਲਿਖਿਆ, ਵੀ ਤੂੰ ਪੜ੍ਹਿਆ ਨਹੀਂ? ਤੋ ਕਹਿੰਦੇ ਵੀ ਕਰਤਾਰ ਸਿੰਘ ਸਰਾਭਾ ਨੇ ਵੱਟ ਕੇ ਚਪੇੜ ਗੋਰੀ ਦੇ ਮੂੰਹ ਤੇ ਮਾਰੀ, ਤੇ ਜਦੋਂ ਕਿ ਇਸ ਮੁਲਕ ਦੇ ਵਿੱਚ ਕੋਈ ਕਿਸੇ ਨੂੰ ਟੱਚ ਵੀ ਨਹੀਂ ਕਰ ਸਕਦਾ, ਹਨਾ, ਤੇ ਕਿੰਨੀ ਜ਼ੁਰਤ ਉਹਦੇ ਵਿੱਚ, ਉਹਨੇ ਚਪੇੜ ਮਾਰੀ ਕਿਉਂ? ਉਹਨੇ ਇਹ ਨਹੀਂ ਵੀ ਇਸਤਰੀ ਤੇ ਹੱਥ ਚੁੱਕਿਆ, ਜਦੋਂ ਉਹਨੇ ਚਪੇੜ ਮਾਰੀ ਗੋਰੀ ਨੇ ਅੱਗੋਂ ਕੁਝ ਨਹੀਂ ਕਿਹਾ, ਸਗੋਂ ਉਹ ਅੰਦਰ ਗਈ, ਉੱਥੋਂ ਇੱਕ ਨਕਸ਼ਾ ਚੁੱਕ ਲਿਆਈ, ਨਕਸ਼ਾ ਲਿਆ ਕੇ ਉਸ ਟੇਬਲ ਤੇ ਰੱਖਤਾ। ਉਹ ਕਹਿਣ ਲੱਗੀ ਇਉਂ ਦੱਸ ਵੀ ਇਸ ਨਕਸ਼ੇ ਦੇ ਵਿੱਚ ਤੁਹਾਡੇ ਮੁਲਕ ਦਾ ਝੰਡਾ ਕਿੱਥੇ ਹੈ? ਜੇ ਤੈਨੂੰ ਦੇਸ਼ ਦੇ ਨਾਲ ਇੰਨਾ ਹੀ ਪਿਆਰ ਹੈ, ਇੰਨੀ ਮੁਹੱਬਤ ਹੈ ਨਾ, ਤਾਂ ਫਿਰ ਇੱਥੇ ਝੰਡਾ ਕਿੱਥੇ? ਇੱਥੇ ਝੰਡਾ ਤਾਂ ਸਾਡਾ ਝੂਲਦਾ ਪਿਆ। ਬਸ ਇੱਕ ਉਹਦੇ ਚਪੇੜ ਵੱਜਣ ਦੇ ਨਾਲ ਤੇ ਉਹਦੇ ਚਪੇੜ ਖਾਣ ਦੇ ਨਾਲ ਹੀ ਕਰਤਾਰ ਸਿੰਘ ਸਰਾਭੇ ਦੇ ਅੰਦਰ ਇਹੋ ਜਿਹੀ ਸਪਿਰਿਟ ਪੈਦਾ ਹੋਈ ਵੀ ਅਸੀਂ ਉਸ ਮੁਲਕ ਚੋਂ ਆਏ ਹਾਂ ਤੇ ਉਹ ਸਾਡੇ ਮੁਲਕ ਨੂੰ ਗੁਲਾਮ ਬਣਾ ਕੇ ਰੱਖਿਆ ਹੋਇਆ, ਤੇ ਭਾਵੇਂ ਕੁਝ ਵੀ ਹੋ ਜੇ ਅਸੀਂ ਉਸ ਮੁਲਕ ਨੂੰ ਆਜ਼ਾਦ ਕਰਾਉਣਾ ਹੈ। ਤੇ ਇਸ ਧਰਤੀ ਤੋਂ ਵੇਖੋ, ਇਸ ਮੁਲਕ ਵਿੱਚ ਆਪਾਂ ਘੁੰਮ ਰਹੇ ਹਾਂ ਦਸਤਾਰ ਬੰਨ੍ਹ ਕੇ, ਸੋਹਣੇ ਸੋਹਣੇ ਕੱਪੜੇ ਪਾ ਕੇ, ਗੁਰੂ ਘਰ, ਇਹ ਸਥਾਨ ਜਿਹੜੇ ਬਣੇ ਨੇ, ਬਾਣੀ ਪੜ੍ਹ ਸਕਦੇ ਹਾਂ। ਹੈਰਾਨਗੀ ਦੀ ਗੱਲ, ਇਹ ਮੁਲਕ ਕਿੰਨੇ ਵਧੀਆ ਨੇ। ਇਹ ਸਾਨੂੰ ਕਦੀ ਨਹੀਂ ਕਹਿੰਦੇ ਤੁਸੀਂ ਆਪਣਾ ਧਰਮ ਬਦਲੋ, ਤੁਸੀਂ ਆਪਣੀ ਸਿੱਖੀ ਸਰੂਪ ਬਦਲੋ। ਇਹ ਕਹਿੰਦੇ ਅਸੀਂ ਤੁਹਾਨੂੰ ਸਾਰੀਆਂ ਸਹੂਲਤਾਂ ਦੇਵਾਂਗੇ, ਪਰ ਤੁਸੀਂ ਸਾਡੇ ਰੂਲ ਨੂੰ ਫੋਲੋ ਕਰੋ। ਬਿਲਕੁਲ, ਆਪਣੇ ਰੂਲ ਕਦੇ ਨਹੀਂ ਕਹਿੰਦੇ ਵੀ ਤੁਸੀਂ, ਤੁਹਾਨੂੰ ਗ੍ਰੀਨ ਕਾਰਡ ਤਾਂ ਮਿਲੂਗਾ, ਤੁਸੀਂ ਪੱਗ ਲਾਓ। ਪਰ ਪਹਿਲਾਂ ਇੱਥੇ ਏਦਾਂ ਹੁੰਦਾ ਸੀਗਾ, ਮੈਂ ਪੜ੍ਹਿਆ ਵੀ ਟੋਪੀਆਂ ਪਾ ਕੇ ਤੁਸੀਂ ਕੰਮ ਕਰੋ, ਇਹ ਇੱਥੋਂ ਦਾ ਅਲਾਓ ਸੀਗਾ। ਪਰ ਗਦਰੀ ਬਾਬਿਆਂ ਨੇ ਕਾਨੂੰਨੀ ਲੜਾਈ ਲੜੀ, ਕਹਿਣ ਲੱਗੇ ਨਹੀਂ ਅਸੀਂ ਟੋਪੀਆਂ ਨਹੀਂ ਪਾਉਣੀਆਂ, ਅਸੀਂ ਦਸਤਾਰ ਹੀ ਸਜਾਉਣੀ ਹੈ। ਜੇ ਸਾਡੇ ਬੱਚੇ, ਜਿੱਦਾਂ ਤੁਸੀਂ ਸ਼ੁਰੂ ਵਿੱਚ ਕਿਹਾ ਸੀ, ਬੱਚਿਆਂ ਨੂੰ ਕੀ ਮੈਸੇਜ ਦੇਣਾ, ਕਿ ਸਾਡੇ ਬੱਚੇ ਜੇ ਸਕੂਲਾਂ ਕਾਲਜਾਂ ਵਿੱਚ ਜਾਂਦੇ ਨੇ ਦਸਤਾਰ ਸਜਾ ਕੇ, ਇਹ ਸਾਰੀ ਸਾਡੇ ਮਹਾਨ ਗਦਰੀ ਬਾਬਿਆਂ ਦੀ ਦੇਣ ਹੈ। ਤੇ ਜਿਹੜੀ ਆਪਾਂ ਗੱਲ ਕਰ ਰਹੇ ਸੀ ਸ਼ਹੀਦੀ ਦੀ, ਸ਼ਹਾਦਤ ਦੀ, ਵੀ ਭਾਵੇਂ ਜਿਹੜੇ ਕਿਸਾਨਾਂ ਦੀ ਸ਼ਹੀਦੀ ਹੋਈ ਹੈ ਨਾ, ਉਹ ਵਾਕਈ ਸਾਡੇ ਸਾਹਿਬਜ਼ਾਦਿਆਂ ਦੇ ਨਾਲ ਆਪਾਂ ਕੰਪੇਅਰ ਬਿਲਕੁਲ ਨਹੀਂ ਕਰ ਸਕਦੇ। ਤੁਹਾਡਾ ਕੁਐਸਚਨ ਮੈਨੂੰ ਬਹੁਤ ਹੀ ਵਧੀਆ ਲੱਗਿਆ। ਪਰ ਹੈਰਾਨਗੀ ਦੀ ਗੱਲ, ਉਹ ਆਪਣੇ ਹੱਕਾਂ ਦੇ ਨਾਲ, ਵੇਖੋ 700 750 ਕਿਸਾਨ ਸਾਡਾ ਸ਼ਹੀਦ ਹੋ ਗਿਆ। ਪਰ ਮੈਨੂੰ ਫਿਰ ਵੀ ਇਉਂ ਲੱਗਦਾ ਵੀ ਅਸੀਂ ਤਾਂ ਜਦੋਂ ਵੋਟ ਪਾਉਣੇ ਆ ਨਾ, ਸਾਡੀਆਂ ਬੀਬੀਆਂ ਭੈਣਾਂ, ਮੈਂ ਇੱਥੋਂ ਤੱਕ ਵੀ ਕਿਸੇ ਦੀ ਇੰਟਰਵਿਊ ਸੁਣੀ ਵੀ ਉਹਨਾਂ ਨੇ 2-2 3-3 ਸੂਟ ਦੇਤੇ ਇਹਨਾਂ ਨੂੰ, ਬੀਬੀਆਂ ਨੂੰ, ਜਿਹੜੇ ਦਿੱਲੀ ਤੋਂ 400 ਦੇ ਮਿਲ ਜਾਂਦੇ ਨੇ, ਤੇ ਇੱਥੇ ਲਿਆ ਕੇ ਦੇਤੇ, ਤੇ ਸੂਟਾਂ ਦੇ ਪਿੱਛੇ ਵੋਟਾਂ ਪਾ ਦਿੱਤੀਆਂ।
ਤੇ ਜਿਹੜੇ ਸਾਨੂੰ ਆਪਣੇ ਆਪ ਨੂੰ ਜਿਹੜੇ ਕਹਿੰਦੇ ਸੀ ਸਿੱਖਾਂ ਅਸੀਂ ਖਾਲਸੇ ਆ ਨਾ, ਆਪਣੇ ਆਪ ਨੂੰ ਕਹਾਉਣ ਵਾਲੇ, ਉਹ ਸ਼ਰਾਬ ਦੀਆਂ ਬੋਤਲਾਂ ਦੇ ਪਿੱਛੇ ਹੀ ਵੋਟਾਂ ਪਾ ਦਿੰਦੇ ਨੇ। ਪਰ ਮੈਂ ਇੱਕ ਬੇਨਤੀ ਕਰਾਂ, ਮੈਂ ਇਹ ਨਹੀਂ ਕਹਿੰਦਾ ਕਿਹਨੂੰ ਵੋਟ ਪਾਉਣੀ ਆ, ਪਰ ਤੁਸੀਂ ਹੁਣ ਇਹ ਦੇਖਿਓ, ਤੁਹਾਨੂੰ ਤੁਹਾਡੇ ਸ਼ਹੀਦਾਂ ਦੇ ਖੂਨ ਦਾ ਵਾਸਤਾ, ਤੁਸੀਂ ਕਿੱਦਾਂ ਦਾ ਲੀਡਰ ਚੁਣਨਾ, ਇਸ ਤਰ੍ਹਾਂ ਦਾ, ਉਹ ਹੁਣ ਤੁਹਾਡੇ ਤੇ ਨਿਰਭਰ ਕਰਦਾ ਹੈ। ਇੱਕ ਗੱਲ ਹੋਰ, ਜਦੋਂ ਆਪਾਂ ਕਹਿੰਦੇ ਵੀ ਸਾਡੇ ਕੋਲ ਆਗੂ ਨਹੀਂ, ਹਮੇਸ਼ਾ ਆਪਾਂ ਇਹੀ ਗੱਲ ਕਹਿ ਕੇ ਵਿੱਚੋਂ ਫਰਕ ਹੋ ਜਾਂਦੇ ਆ। ਮੈਂ ਕਹਿੰਦਾ ਜਿਹੋ ਜਿਹਾ ਆਗੂ ਸਾਡੇ ਕੋਲ ਹੈ ਨਾ, ਕਿਸੇ ਕੋਲ ਆਗੂ ਹੈ ਹੀ ਨਹੀਂ। ਉਹ ਸਿੱਖੋ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲੋਂ ਵੱਡਾ ਹੋਰ ਆਗੂ ਤੁਹਾਨੂੰ ਕੀ ਚਾਹੀਦਾ। ਜੀ ਬਿਲਕੁਲ। ਗੋਬਿੰਦ ਮਹਾਰਾਜ ਸਾਨੂੰ ਇਹ ਕਹਿ ਗਏ ਵੀ ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਹੋਰ ਆਗੂ ਤੁਹਾਨੂੰ ਕਿੱਦਾਂ ਦਾ ਚਾਹੀਦਾ ਜੀ। ਦੁਨਿਆਵੀ ਨੇ ਆਉਂਦੇ ਨੇ, ਜਾਂਦੇ ਨੇ, ਮਿਟ ਜਾਂਦੇ ਨੇ, ਸ਼ਹੀਦੀਆਂ ਵਿਚਾਰੇ ਪਾ ਜਾਂਦੇ ਨੇ, ਨਾਮ ਉਹਨਾਂ ਦਾ ਅਮਰ ਰਹਿੰਦਾ ਹੈ। ਮਹਾਨ ਯੋਧੇ ਸੰਤ ਬਾਬਾ ਜਰਨੈਲ ਸਿੰਘ ਹੋਏ ਨੇ, ਸਨ ਇੱਕ ਕੌਮ ਦੇ ਆਗੂ, ਪਰ ਫਿਰ ਵੀ ਉਹ ਜਦੋਂ ਵੀ ਕੋਈ ਗੱਲ ਕਰਦੇ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਉਹ ਗੱਲ ਗੁਰੂ ਦੀ ਹੀ ਕਰਦੇ ਸਨ। ਤੇ ਜੇ ਅੱਜ ਉਹ ਨਹੀਂ ਹਨ, ਤਾਂ ਆਪਾਂ ਇਸ ਗੱਲ ਦਾ ਨਾ ਬਚਾ ਕਰੋ ਵੀ ਸਾਡੇ ਕੋਲ ਕੋਈ ਆਗੂ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਡੇ ਕੋਲ ਆਗੂ ਨੇ। ਚਾਰੇ ਸਾਹਿਬਜ਼ਾਦੇ, ਮਾਤਾ ਗੁਜਰ ਕੌਰ, ਸਾਰਾ ਪਰਿਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਹੀ ਆਗੂ ਮੰਨਦਾ ਸੀ। ਜੇ ਅਸੀਂ ਅੱਜ ਕੁਝ ਸਾਬਤ ਕਰਨਾ ਚਾਹੁੰਦੇ ਹਾਂ, ਤਾਂ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਗੂ ਹੈ। ਤੇ ਬੇਨਤੀ ਹੋਰ ਕਰਾਂ ਵੀ ਅਸੀਂ ਪਖੰਡੀਆਂ ਦਾ ਖਹਿੜਾ ਛੱਡ ਦਈਏ। ਜਿੰਨਾ ਚਿਰ ਤੁਸੀਂ ਇਹਨਾਂ ਦਾ ਖਹਿੜਾ ਨਹੀਂ ਛੱਡਦੇ, ਵਹਿਮਾਂ ਭਰਮਾਂ ਦੇ ਵਿੱਚੋਂ ਨਹੀਂ ਨਿਕਲਦੇ, ਉਹਨਾਂ ਚਿਰ ਮੈਨੂੰ ਨਹੀਂ ਲੱਗਦਾ ਵੀ ਸਾਡਾ ਕੋਈ ਕੁਝ ਬਣ ਸਕੇਗਾ। ਹਾਂਜੀ ਜੀ। ਗੁਰਸੇਵਕ ਸਿੰਘ ਜੀ, ਅਸੀਂ ਗੱਲ ਕਰ ਰਹੇ ਹਾਂ ਕਿ ਲੋਕੀ ਕਿਸ ਤਰ੍ਹਾਂ ਇੰਨੇ ਜਜ਼ਬੇ ਦੇ ਨਾਲ, ਇੰਨੇ ਜੋਸ਼ ਦੇ ਨਾਲ ਦਿੱਲੀ ਤੇ ਬਰੂਹਾਂ ਤੇ ਬੈਠੇ ਹੋਏ ਸੀ, ਤੇ ਹੁਣ ਜਦੋਂ ਲੌਟ ਕੇ ਵਾਪਸ ਆ ਰਹੇ, ਉਹੀ ਪੁਰਾਣੀ ਆਦਤਾਂ, ਪੁਰਾਣੇ ਉਨ ਮਾੜੇ ਕੰਮਾਂ ਦੇ ਵਿੱਚ, ਭਾਵੇਂ ਉਹ ਨਸ਼ੇ ਹੋਣ, ਸ਼ਰਾਬ ਹੋਣ, ਜਾਂ ਜਿਸ ਤਰ੍ਹਾਂ ਤੁਸੀਂ ਵੋਟਾਂ ਦੀ ਗੱਲ ਕਰ ਰਹੇ ਹੋ, ਹੁਣ ਵੋਟ ਪਾਉਣ ਦਾ ਇੱਕ ਵਾਰੀ ਫਿਰ ਸਮਾਂ ਆ ਰਿਹਾ, ਤੇ ਇੱਕ ਵਾਰੀ ਫਿਰ ਪੰਜਾਬ ਦੇ ਵਿੱਚ ਕੀ ਸਥਿਤੀ ਬਣ ਪਈ ਹੈ, ਭਾਵੇਂ ਉਹ ਬੇਅਦਬੀਆਂ ਹੋਣ, ਭਾਵੇਂ ਉਹ ਬੰਬ ਬਲਾਸਟ ਹੋਣ। ਲੁਧਿਆਣਾ ਦੇ ਵਿੱਚ ਕੀ ਹੋਇਆ, ਕੱਲ੍ਹ ਦੀ ਹੀ ਇੱਕ ਖਬਰ ਹੈਗੀ, 2017 ਦੇ ਵਿੱਚ ਇਹ ਸੇਮ ਪੈਟਰਨ ਹੋਇਆ ਸੀ, ਬੇਅਦਬੀਆਂ ਦਾ ਕੇਸ, ਬੰਬ ਬਲਾਸਟ ਦਾ ਕੇਸ, ਤੇ ਉਸ ਇਨਵੈਸਟੀਗੇਸ਼ਨ ਦੇ ਵਿੱਚ ਵੀ ਹਲੇ ਕੋਈ ਨਤੀਜਾ ਨਹੀਂ ਨਿਕਲਿਆ, ਕੋਈ ਰਿਜ਼ਲਟ ਨਹੀਂ ਨਿਕਲਿਆ। ਸੋ ਤੁਸੀਂ ਜਿਸ ਤਰ੍ਹਾਂ ਕਿਹਾ ਹੈ ਕਿ ਸਾਨੂੰ ਕਿਸੇ ਆਗੂ ਕੋਲ ਨਹੀਂ, ਕਿਸੇ ਨਕਲੀ ਬਾਬੇ ਤੋਂ ਨਹੀਂ, ਸਾਨੂੰ ਸਾਡੇ ਗੁਰੂ ਸਾਹਿਬਾਨ, ਸਾਡੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਡਾਇਰੈਕਸ਼ਨ ਲੈਣੀ ਚਾਹੀਦੀ ਹੈ। ਇਸ ਲੈਸਨ ਨੂੰ, ਇਸ ਸੋਚ ਨੂੰ ਅਸੀਂ ਕਿਸ ਤਰ੍ਹਾਂ ਅਪਣਾ ਸਕਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਇਲੈਕਸ਼ਨਸ ਹੋਣ ਜਾ ਰਹੇ? ਅਗਰ ਅਸੀਂ ਲੋਕਾਂ ਨੂੰ ਇਹ ਕਹਿੰਦੇ ਹਾਂ ਕਿ ਤੁਸੀਂ ਗੁਰੂ ਸਾਹਿਬਾਨ ਤੋਂ ਦੇਖੋ, ਸਿੱਖੋ, ਉਹਦੇ ਮੁਤਾਬਿਕ ਤੁਸੀਂ ਆਪ ਦੀ ਜ਼ਿੰਦਗੀ ਦੇ ਵਿੱਚ ਫੈਸਲੇ ਕਰੋ, ਜੋ ਇਹ ਆਉਣ ਵਾਲੇ ਇਲੈਕਸ਼ਨਸ ਹੈਗੇ, ਕਿਸ ਤਰ੍ਹਾਂ ਉਸ ਚੀਜ਼ ਨੂੰ ਅਸੀਂ ਇੱਥੇ ਅਪਲਾਈ ਕਰ ਸਕਦੇ ਹਾਂ? ਹਾਂਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਨੂੰ ਜ਼ਿੰਦਗੀ ਜਿਉਣ ਦਾ ਤਰੀਕਾ ਦੱਸ ਰਹੇ ਨੇ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਮੁਤਾਬਕ ਆਪਣੀ ਜ਼ਿੰਦਗੀ ਜਿਉਣ ਦਾ ਤਰੀਕਾ ਸਿੱਖਾਂਗੇ, ਤਾਂ ਫਿਰ ਉਹਦੇ ਵਿੱਚੋਂ ਸਾਡਾ ਜੀਵਨ ਆ ਜਿਹੜਾ ਉਹ ਇੱਕ ਨਿਕਲ ਕੇ ਆਏਗਾ, ਨਵਾਂ ਜੀਵਨ। ਕਿ ਕੌਣ ਭਰੋਸੇਯੋਗ ਹੈ, ਕਿਹਦੇ ਅੰਦਰ ਸਿੱਖੀ ਦੀ ਸਪਰਿਟ ਹੈ, ਕਿਹੜਾ ਇਨਸਾਨੀਅਤ ਤੌਰ ਤੇ ਇਨਸਾਨੀਅਤ ਨੂੰ ਸਮਝਦਾ ਹੈ। ਹੁਣ ਵੇਖੋ, ਅਨੰਦਪੁਰ ਸਾਹਿਬ ਦੀ ਧਰਤੀ ਤੇ ਕੇਸਗੜ੍ਹ ਸਾਹਿਬ ਵਿਖੇ ਜਿੱਦਾਂ ਬੇਅਦਬੀਆਂ ਦੀ ਗੱਲ ਕੀਤੀ, ਆਪਾਂ ਕਈ ਦਫਾ ਕਹਿੰਦੇ ਆ ਨਾ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋ ਰਹੀਆਂ ਨੇ, ਹੋ ਨਹੀਂ ਰਹੀਆਂ, ਕਰਵਾਈਆਂ ਜਾ ਰਹੀਆਂ ਨੇ ਜੀ। ਹੋ ਰਹੀਆਂ, ਆਪਣੇ ਆਪ ਹੀ ਹੋ ਰਿਹਾ, ਆਪਣੇ ਆਪ। ਇਹਦਾ ਮਤਲਬ ਉਹ ਲੋਕ ਤਾਂ ਫਰਕ ਹੋ ਗਏ, ਹੋ ਨਹੀਂ ਰਹੀਆਂ, ਕਰਵਾਈਆਂ ਜਾ ਰਹੀਆਂ। ਆਪਾਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਵੇਖਿਆ ਕਿੱਦਾਂ ਬੇੜੀਆਂ ਦਾ ਧੂੰਆਂ ਸਿੱਟਿਆ ਗਿਆ ਨਾ। ਤੇ ਹੁਣ ਕਈ ਕਹਿੰਦੇ ਆ ਵੀ ਤੁਸੀਂ ਜੀ ਜਿਹੜਾ ਹਰਿਮੰਦਰ ਸਾਹਿਬ ਹੋਇਆ, ਤੁਸੀਂ ਉਹਨੂੰ ਕਿਉਂ ਮਾਰਿਆ? ਕਈ ਸਾਡੇ ਵਾਲੇ ਵੀ ਹੈਗੇ, ਪਿੱਠ ਸਿਆਪਾ ਪਾ ਲੈਂਦੇ, ਉਹਨੂੰ ਮਾਰਨਾ ਨਹੀਂ ਚਾਹੀਦਾ ਸੀ, ਉਹ ਤੋਂ ਪੁੱਛਣਾ ਚਾਹੀਦਾ ਸੀ। ਅਨੰਦਪੁਰ ਸਾਹਿਬ ਦੀ ਧਰਤੀ ਤੇ ਜੋ ਹੋਇਆ ਉਹਨੂੰ ਪੁੱਛਿਆ ਗਿਆ, ਉਹ ਕਿੱਧਰ ਗਿਆ, ਗੱਲ ਆਈ ਗਈ ਹੋ ਗਈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਲੈ ਕੇ 1699 ਵਿਸਾਖੀ ਤੋਂ ਲੈ ਕੇ ਹੁਣ ਤੱਕ ਇਹ ਪਹਿਲੀ ਘਟਨਾ ਹੋਈ ਸੀ ਵੀ ਜਿਹਨੇ ਅਨੰਦਪੁਰ ਸਾਹਿਬ ਦੀ ਧਰਤੀ ਦੇ ਅੰਦਰ ਬੀੜੀ ਸਿਗਰਟ ਸਿੱਟੀ ਹੋਵੇ, ਉੱਥੇ ਜਿੱਥੇ ਇਤਿਹਾਸਕ ਸਾਡਾ ਸਥਾਨ ਹੈ, ਸਾਡਾ ਤਖਤ ਹੈ। ਤੇ ਦੂਜੀ ਘਟਨਾ ਤੁਸੀਂ ਵੇਖੋ ਜਿਹੜੀ ਹਰਿਮੰਦਰ ਸਾਹਿਬ ਦੇ, ਕਿੱਡੀ ਵੱਡੀ ਗੱਲ ਹੈ। ਪਰ ਬੇਨਤੀ ਕਰਾਂ, ਮੱਸੇ ਰੰਗੜ ਦੇ ਵਾਰਸਾਂ ਨੂੰ ਨਾ, ਸੁੱਖਾ ਸਿੰਘ ਤੇ ਮਹਿਤਾਬ ਸਿੰਘ ਦੇ ਵਾਰਸਾਂ ਨੇ ਝਟਕਾ ਦਿੱਤਾ, ਛੱਡਿਆ ਨਹੀਂ। ਕਿਉਂਕਿ ਇੱਥੇ ਤਾਂ ਵੱਡੇ ਵੱਡੇ ਟੈਂਕ ਚੜ੍ਹ ਕੇ ਆਏ, ਵੱਡੇ ਵੱਡੇ ਬੰਬ ਸਿੱਟੇ ਗਏ, ਇੱਥੇ ਜਿਹੜੇ ਉਹ ਆਏ ਉਹ ਨਹੀਂ ਬਚ ਕੇ ਗਏ। ਤੇ ਇਹ ਜਿਹੜਾ ਬਿਹਾਰ ਦਾ ਭਈਆ, ਇਹ ਬਚ ਕੇ ਉੱਥੇ ਕਿੱਦਾਂ ਜਾ ਸਕਦਾ ਸੀਗਾ? ਦਰਅਸਲ ਇਹ ਲੋਕ, ਜੇ ਕਿਤੇ ਉਹ ਬਚ ਜਾਂਦਾ ਜਾਂ ਕਿਸੇ ਦੇ ਤਲਵਾਰ ਮਾਰਦਾ ਜਾਂ ਬੀੜੀ ਸਿਗਰਟ ਅੱਗ ਲਾ ਦਿੰਦਾ, ਇਹ ਭੈਣ ਜੀ ਸੱਚ ਹੈ ਕਿ ਸਾਡੀ ਕੌਮ ਦੇ ਪੱਲੇ ਕੁਛ ਨਹੀਂ ਸੀ ਰਹਿਣਾ। ਉਹਨੂੰ ਭੇਜਿਆ ਹੀ ਇਸ ਤਰ੍ਹਾਂ ਗਿਆ ਸੀ, ਤਿਆਰ ਕਰਕੇ ਵੀ ਬੇਅਦਬੀ ਕਰ। ਕਿਉਂਕਿ ਸਾਡਾ ਇਹ ਸਿੱਖਾਂ ਦਾ ਇੱਕ ਮਹਾਨ ਕੇਂਦਰੀ ਸਥਾਨ ਹੈ। ਵੈਸੇ ਤਾਂ ਚਾਰੇ ਧਰਮਾਂ ਦਾ ਸਥਾਨ ਹੈ, ਇੱਥੇ ਕੋਈ ਵੀ ਜਾ ਸਕਦਾ ਹੈ ਤੇ ਸੰਗਤ ਵੀ ਹੈ।
4 ਦਰਵਾਜ਼ੇ ਨੇ, ਪਰ ਇਹਦੇ ਪਿੱਛੇ ਕਾਰਨ ਇਹ ਸੀ, ਹਰ ਆਪਾਂ ਨਹੀਂ ਕਹਿੰਦੇ ਵੀ ਕਿਸੇ ਦੇ ਧਾਰਮਿਕ ਗ੍ਰੰਥ ਦੀ ਸਥਾਨ ਦੀ ਬੇਅਦਬੀ ਹੋਵੇ, ਪਰ ਇਹ ਬਾਰ-ਬਾਰ ਸਾਨੂੰ ਇੱਕ ਹੋਰ ਬੇਨਤੀ ਕਰਾਂ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਪਾਂ ਪ੍ਰਗਟ ਗੁਰਾਂ ਕੀ ਦੇਹ ਕਹਿੰਦੇ ਆ। ਇੱਕ ਬੰਦਾ ਮੁਰਦਾ ਹੁੰਦਾ ਹੈ, ਮੁਰਦੇ ਬੰਦੇ ਤੋਂ ਕਿਸੇ ਨੂੰ ਕੋਈ ਡਰ ਨਹੀਂ ਹੁੰਦਾ, ਨਾ ਉਹਨੇ ਬੋਲਣਾ, ਉਹਨੇ ਕੁਝ ਨਹੀਂ ਕਰਨਾ, ਭਾਵੇਂ ਉਹਨੂੰ ਗਾਲਾਂ ਕੱਢੋ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਾਕਈ ਪ੍ਰਗਟ ਗੁਰਾਂ ਕੀ ਦੇਹ ਨੇ। ਇਹਦੇ ਉੱਪਰ ਬਾਰ-ਬਾਰ ਹਮਲਾ ਕਰਨਾ ਇਸ ਗੱਲ ਦਾ ਪ੍ਰਤੀਕ ਹੈ ਕਿ ਇਹਨਾਂ ਲੋਕਾਂ ਨੂੰ ਖਤਰਾ ਹੀ ਇਸ ਤੋਂ ਹੈ ਕਿ ਇਹ ਜਿਹੜਾ ਪ੍ਰਗਟ ਗੁਰੂ ਹੈ, ਜਿਉਂਦਾ ਗੁਰੂ ਹੈ, ਇਹਨੂੰ ਖਤਮ ਕਰੋ ਜੀ। ਪਰ ਇਹ ਖਤਮ ਹੋਣਾ, ਇਹ ਤਾਂ ਸ਼ਬਦ ਗੁਰੂ ਹੈ। ਸਾਡੇ ਸਥਾਨਾਂ ਦੀਆਂ ਬੇਅਦਬੀਆਂ ਦਾ ਕਾਰਨ ਹੀ ਇਹ ਹੈ ਕਿ ਲੋਕ ਸਾਨੂੰ ਨਾ ਚੁੰਡੀਆਂ ਵੱਢ-ਵੱਢ ਕੇ ਦੇਖ ਰਹੇ ਨੇ ਵੀ ਇਹਨਾਂ ਸਿੱਖਾਂ ਦੀ ਜਿਹੜੀ ਮਤਲਬ ਕਿੱਥੋਂ ਕਤਾਕਾ ਹੁਣ, ਇਹਨਾਂ ਦੀ ਅਣਖ ਗੈਰਤ ਮਰੀ ਹੈ ਜਾਂ ਜਾਗਦੀ ਹੈ। ਪਰ ਮੈਂ ਕਹਾਂ ਜਾਗਦੀ ਹੈ, ਐਸੀ ਗੱਲ ਨਹੀਂ। ਜਦੋਂ ਕਿਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀਆਂ ਹੁੰਦੀਆਂ, ਸਾਡੇ ਬਹੁਤ ਨੌਜਵਾਨਾਂ ਨੇ, ਬਹੁਤ ਸੰਗਤਾਂ ਨੇ ਆਪਣਾ ਆਪ ਕੁਰਬਾਨ ਕਰ ਦਿੱਤਾ ਹੈ। ਜਿਹੜੀ ਕਿਸਾਨੀ ਮੋਰਚੇ ਦੀ ਆਪਾਂ ਗੱਲ ਕਰਦੇ ਜੀ, ਕਿਸਾਨੀ ਮੋਰਚੇ ਵਿੱਚ ਯੋਗਦਾਨ ਪਾਇਆ ਨਾ, ਇਹ ਨਹੀਂ ਮੈਂ ਬਾਹਰ ਬੈਠਾ, ਮੈਂ ਬਾਹਰਲਿਆਂ ਦੀ ਹਮਾਇਤ ਕਰਦਾ, ਪਰ ਜਿਹੜਾ ਬਾਹਰੋਂ ਪ੍ਰੈਸ਼ਰ ਪਿਆ ਨਾ, ਕਿਸਾਨੀ ਮੋਰਚਾ ਫਤਿਹ ਤਾਂ ਹੋਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਹਿਮਤ ਸਦਕਾ ਕਿੰਨੀਆਂ ਅਰਦਾਸਾਂ ਹੋਈਆਂ, ਕਿੰਨੇ ਸ਼੍ਰੀ ਅਖੰਡ ਪਾਠ ਸਾਹਿਬ ਬੇਨਤੀਆਂ ਸੰਗਤਾਂ ਨੇ ਕੀਤੀਆਂ, ਤਾਂ ਇਹ ਮੋਰਚਾ ਫਤਿਹ ਹੋਇਆ। ਇੱਕ ਮੈਨੂੰ ਕਹਿੰਦਾ ਜੀ ਅਖੇ ਇਹ ਜਿਹੜਾ ਮੋਦੀ ਹੈ ਵੀ ਕਿੱਦਾਂ ਝੁਕ ਗਿਆ। ਮੈਂ ਤੂੰ ਮੋਦੀ ਦੀ ਗੱਲ ਕਰਦਾ, ਇੱਥੇ ਤਾਂ ਗੁਰੂ ਨਾਨਕ ਦੇਵ ਮਹਾਰਾਜ ਦੇ ਅੱਗੇ ਬਾਬਰ ਵਰਗੇ ਝੁਕ ਗਏ। ਬਿਲਕੁਲ, ਇਹ ਤਾਂ ਹੈ ਜੀ ਸਭ ਤੋਂ ਵੱਡਾ ਨਾਨਕ ਜਿਨ ਕਰ ਰਾਖੀ ਮੇਰੀ। ਹਾਂਜੀ ਜੀ ਬਿਲਕੁਲ। ਤੁਸੀਂ ਇੱਕ ਲਫ਼ਜ਼ ਵਰਤਿਆ ਸੀ ਪ੍ਰੋਗਰਾਮ ਦੇ ਬਿਗਿਨਿੰਗ ਦੇ ਵਿੱਚ, ਮੌਕੇ ਦੀ ਹਕੂਮਤ। ਤਾਂ ਇਹ ਵੀ ਜੋ ਇਸ ਵੇਲੇ ਦਿੱਲੀ ਦੇ ਵਿੱਚ ਚੱਲ ਰਿਹਾ ਹੈ, ਮੈਂ ਕਹਾਂਗੀ ਪੂਰੇ ਇੰਡੀਆ ਦੇ ਵਿੱਚ ਜੋ ਮਾਹੌਲ ਬਣਾਇਆ ਜਾ ਰਿਹਾ, ਉਹ ਵੀ ਇੱਕ ਮੌਕੇ ਦੀ ਹੀ ਹਕੂਮਤ ਹੈਗੀ। ਇੰਨਾ ਵੀ ਵੱਡਾ ਸਾਨੂੰ ਅਹੁਦਾ ਦੇਣ ਦੀ ਲੋੜ ਨਹੀਂ ਹੈਗੀ, ਬਿਕਾਜ਼ ਇਹ ਵੀ ਮੌਕੇ ਦੇ ਨਾਲ ਹੀ ਬਦਲ ਜਾਣੀ ਹੈ। ਅਤੇ ਜੋ ਇਹ ਸਿੱਖ ਪੰਥ ਹੈਗਾ, ਇਹ ਪਹਿਲੇ ਵੀ ਹਕੂਮਤਾਂ ਤੋਂ ਅੱਗੇ ਵਧਿਆ, ਉਹਨਾਂ ਤੋਂ ਉੱਤੇ ਉੱਠਿਆ, ਅਤੇ ਅੱਜ ਵੀ ਇਹੀ ਹੋਏਗਾ। ਬਟ ਸਾਡੀ ਕੌਮ ਨੂੰ ਉਨ ਸ਼ਹਾਦਤਾਂ ਦੇ ਬਾਰੇ ਜ਼ਰੂਰ ਥੋੜ੍ਹਾ ਜਿਹਾ ਹੋਰ ਵਿਚਾਰ ਕਰਨਾ ਪੈਣਾ, ਯਾਦ ਕਰਨਾ ਪੈਣਾ ਕਿ ਕਿਸ ਤਰ੍ਹਾਂ ਇੱਕ ਮੈਂ ਕਹਾਂਗੀ ਬਹਾਦੁਰਗੀ ਦੇ ਨਾਲ ਸਾਡੀ ਕੌਮ ਉਸ ਵੇਲੇ ਸ਼ੁਰੂ ਹੋਈ ਸੀ ਅਤੇ ਅੱਜ ਵੀ ਅੱਗੇ ਵੱਧ ਸਕਦੀ ਹੈ। ਸੂਟਾਂ 'ਤੇ, ਸ਼ਰਾਬ 'ਤੇ ਇੱਕ ਵੋਟ ਲਈ, ਮਤਲਬ ਤੁਸੀਂ ਸਿਰਫ ਇੱਕ ਵੋਟ ਨਹੀਂ ਵੇਚ ਰਹੇ, ਤੁਸੀਂ ਆਪ ਦਾ ਪੂਰਾ ਫਿਊਚਰ, ਆਪਣੇ ਕੌਮ ਦਾ ਫਿਊਚਰ ਵੇਚ ਰਹੇ ਹੋ। ਐਂਡ ਇਹੀ ਚੀਜ਼ ਸਾਡੇ ਵੱਲੋਂ ਵੀ ਬਾਰ-ਬਾਰ ਅਸੀਂ ਲੋਕਾਂ ਨੂੰ ਯਾਦ ਦਿਲਾਉਣ ਦੀ ਕੋਸ਼ਿਸ਼ ਕਰਾਂਗੇ, ਜਿਸ ਤਰ੍ਹਾਂ ਇਹ ਇਲੈਕਸ਼ਨਸ ਆਉਣ ਵਾਲੇ ਹੈ, ਜਿਸ ਤਰ੍ਹਾਂ ਸਾਡੀ ਕੌਮ ਨੂੰ ਇੱਕ ਵਾਰੀ ਫਿਰ ਵੰਡਣ ਦੀ ਕੋਸ਼ਿਸ਼ਾਂ ਬਹੁਤ ਵੱਡੇ ਲੈਵਲ 'ਤੇ ਜਾਂ ਛੋਟੇ ਲੈਵਲ 'ਤੇ ਸ਼ੁਰੂ ਹੋ ਚੁੱਕੀਆਂ। ਦੇਖਦੇ ਹਾਂ ਕਿਸ ਤਰ੍ਹਾਂ ਅਸੀਂ ਅੱਗੇ ਵੱਧਦੇ ਹਾਂ, ਬਟ ਪੂਰੀ ਉਮੀਦ ਹੈ ਅਤੇ ਹੌਸਲਾ ਬੁਲੰਦ ਹੈ ਕਿ ਅਗਰ ਅਸੀਂ ਉਨ ਹਕੂਮਤਾਂ ਦੇ ਨਾਲ ਲੜ ਕੇ ਫਤਿਹ ਪ੍ਰਾਪਤ ਕਰ ਸਕਦੇ ਹਾਂ, ਤਾਂ ਇਹ ਤਾਂ ਕੁਛ ਵੀ ਨਹੀਂ। ਗੁਰਸੇਵਕ ਸਿੰਘ ਜੀ, ਇੱਕ ਵਾਰੀ ਫਿਰ ਤੁਸੀਂ ਸਾਡੇ ਲਈ ਇਨ ਦਿਹਾੜਿਆਂ ਦੀ ਜੋ ਅਹਿਮੀਅਤ ਹੈਗੀ ਅਤੇ ਕੀ ਉਹ ਅਹਿਮੀਅਤ ਅੱਜ ਦੀ ਡੇਟ ਦੇ ਵਿੱਚ ਸਾਨੂੰ ਸਿਖਾਉਂਦੀ ਹੈ, ਇਹਦੇ 'ਤੇ ਥੋੜ੍ਹਾ ਜਿਹਾ ਵਿਚਾਰ ਕੀਤਾ, ਸਾਡੇ ਨਾਲ ਜੁੜੇ। ਥੈਂਕ ਯੂ ਸੋ ਮਚ ਤੁਹਾਡੇ ਟਾਈਮ ਲਈ, ਤੁਹਾਡੇ ਵਿਚਾਰਾਂ ਲਈ, ਅਤੇ ਸਟਾਕਟਨ ਗੁਰਦੁਆਰੇ ਦੇ ਵਿੱਚ ਜੋ ਸੇਵਾਵਾਂ ਹੋ ਰਹੀਆਂ ਉਹਦੇ ਲਈ ਜ਼ਰੂਰ ਆ ਕੇ ਸਾਡੇ ਨਾਲ ਫਿਰ ਜੁੜੋ। ਬਟ ਹੁਣ ਅਸੀਂ ਫਤਿਹ ਗੂੰਜ ਕੇ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਇਹਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਇਸ ਵੀਕਐਂਡ ਉਮੀਦ ਹੈ ਕਿ ਤੁਸੀਂ ਜ਼ਰੂਰ ਕਿਸੇ ਵੀ ਗੁਰਦੁਆਰੇ ਦੇ ਵਿੱਚ ਜਾ ਕੇ ਬਾਣੀ ਅਤੇ ਸੰਗਤ ਦਾ ਆਨੰਦ ਲੈ ਕੇ ਇਨ ਸ਼ਹੀਦੀਆਂ ਬਾਰੇ ਥੋੜ੍ਹੀ ਸੋਚ ਪਾਓਗੇ, ਕਿਸ ਤਰ੍ਹਾਂ ਇਹ ਸ਼ਹੀਦੀਆਂ ਸਾਨੂੰ ਅੱਜ ਸਿਖਾ ਸਕਦੀਆਂ ਕਿ ਭਾਵੇਂ ਉਹ ਸਾਡੇ ਪੋਲੀਟੀਸ਼ੀਅਨਸ ਹੋਣ, ਭਾਵੇਂ ਉਹ ਮੌਕੇ ਦੀ ਹਕੂਮਤਾਂ ਹੋਣ, ਕਿ ਸਾਨੂੰ ਇੱਕ ਸਿੱਖ ਕੌਮ ਦੇ ਨਾਤੇ ਕਿਸ ਤਰ੍ਹਾਂ ਆਪਣੇ ਆਪ ਨੂੰ ਕੈਰੀ ਕਰਨਾ ਚਾਹੀਦਾ ਹੈ। ਸਾਡੇ ਗੁਰੂਆਂ ਨੇ ਸਾਨੂੰ ਕੀ ਸਿਖਾਇਆ, ਗੁਰੂਆਂ ਦੀ ਸ਼ਹੀਦੀਆਂ ਨੇ ਸਾਨੂੰ ਕੀ ਸਿਖਾਇਆ, ਇਹਦੇ ਬਾਰੇ ਥੋੜ੍ਹਾ ਜਿਹਾ ਵਿਚਾਰ ਕਰਨ ਦਾ ਮੌਕਾ ਮਿਲਿਆ ਸਾਨੂੰ। ਅਤੇ ਸਾਡੇ ਲਈ, ਸਾਡੇ ਗੈਸਟ ਲਈ ਇਸ ਮੁੱਦੇ ਉੱਤੇ ਕੋਈ ਵੀ ਕੁਐਸਚਨਸ, ਕਮੈਂਟਸ, ਕੰਸਰਨਸ ਤੁਸੀਂ ਜ਼ਰੂਰ ਸਾਨੂੰ ਲਿਖ ਸਕਦੇ ਹੋ info@justbroadcasting.com, ashmita@justbroadcasting.com। ਹੁਣ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।